Hello everyone, I am Dr. Meenu, a member of NTSC team ਪੰਜਾਬ। ਅੱਜ ਦੀ ਜੋ ਵੀਡੀਓ ਹੈ ਇਸ ਦੇ ਵਿੱਚ ਮੈਂਟਲ ਐਬਿਲਿਟੀ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਜੋ ਕਿ ਡਿਸਟੈਂਸ ਐਂਡ ਡਾਇਰੈਕਸ਼ਨ ਹੈ ਉਸ ਨੂੰ ਮੈਂ ਡਿਸਕਸ ਕਰਨ ਜਾ ਰਹੀ ਹਾਂ। ਇਹ ਵੀਡੀਓ ਬਹੁਤ ਇੰਟਰਸਟਿੰਗ ਤੇ ਬਹੁਤ ਫਾਇਦੇ ਵਾਲੀ ਤੁਹਾਡੇ ਲਈ ਹੋਣ ਵਾਲੀ ਹੈ, ਬਹੁਤ ਇੰਪੋਰਟੈਂਟ ਹੋਣ ਵਾਲੀ ਹੈ। ਉਹ ਇਸ ਕਰਕੇ ਕਿਉਂਕਿ ਇਸ ਵੀਡੀਓ ਦੇ ਵਿੱਚ NTSC ਦੇ ਮੈਂਟਲ ਐਬਿਲਿਟੀ ਦੇ ਡਿਸਟੈਂਸ ਐਂਡ ਡਾਇਰੈਕਸ਼ਨ ਦੇ ਜੋ ਲਾਸਟ ਈਅਰ ਦੇ ਕੁਐਸਚਨ ਪੇਪਰ ਸੀ ਮੈਂ ਉਸ ਨੂੰ ਡਿਸਕਸ ਕੀਤਾ ਹੋਇਆ ਹੈ। ਉਹ ਕੁਐਸਚਨਸ 2012 ਤੋਂ 2020 ਤੱਕ ਜਿੰਨੇ ਵੀ ਆਏ ਹੋਏ ਮੈਂ ਉਹਨਾਂ ਦਾ ਸਾਰਿਆਂ ਦਾ ਸੋਲੂਸ਼ਨ ਬਹੁਤ ਡਿਟੇਲ ਦੇ ਵਿੱਚ ਕੀਤਾ ਹੋਇਆ ਹੈ। ਸੋ ਵੀਡੀਓ ਬਹੁਤ ਫਾਇਦੇ ਵਾਲੀ ਹੋਣ ਵਾਲੀ ਹੈ। ਇਹ ਤੁਹਾਡਾ ਲਰਨਿੰਗ ਸੈਸ਼ਨ ਦਾ ਮੈਕਸਿਮਮ ਬੈਨੀਫਿਟ ਬੇਟਾ ਤੁਸੀਂ ਇਸ ਤੋਂ ਲਓ। ਇਹਦੇ ਨਾਲ ਫਾਇਦਾ ਕੀ ਹੋਏਗਾ, ਦਾ ਬੈਨੀਫਿਟ ਕੀ, ਦਾ ਬੈਨੀਫਿਟ ਆਫ ਦਿਸ ਵੀਡੀਓ ਇਜ਼ ਥੈਟ ਯੂ ਵਿਲ ਬੀ ਅਵੇਅਰ ਅਬਾਊਟ ਦ ਕੁਐਸਚਨ ਪੈਟਰਨ। ਕਿਸ ਤਰ੍ਹਾਂ ਦੇ ਕੁਐਸਚਨਸ ਫਿਊਚਰ ਦੇ ਵਿੱਚ ਆ ਰਹੇ ਹੋ ਤੁਹਾਨੂੰ ਇਹਦੀ ਪ੍ਰੈਡਿਕਸ਼ਨ ਹੋ ਜਾਏਗੀ ਪਿਛਲੇ ਸਾਲ ਦੇ ਕੁਐਸਚਨਸ ਤੋਂ। ਸੋ ਇਹਨੂੰ ਲਾਸਟ ਤੱਕ ਜ਼ਰੂਰ ਦੇਖਣਾ। ਇੱਕ ਇੱਕ ਕੁਐਸਚਨ ਨੂੰ ਮੈਂ ਐਕਸਪਲੇਨ ਕੀਤਾ ਹੋਇਆ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕੁਝ ਇੰਸਟਰਕਸ਼ਨਸ ਨੂੰ ਬੇਟਾ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਰੱਖੋ। ਫਸਟ ਵਨ ਕੀ ਹੈ ਕਿ ਤੁਸੀਂ ਪ੍ਰੀਪੇਅਰਡ ਹੋਣੇ ਚਾਹੀਦੇ ਆ ਲਰਨਿੰਗ ਲਈ। ਯੂ ਮਸਟ ਬੀ ਪ੍ਰੀਪੇਅਰਡ ਫॉर ਲਰਨਿੰਗ। ਜਦ ਤੱਕ ਤੁਸੀਂ ਸਿੱਖਣ ਦੇ ਵਾਸਤੇ ਖੁਦ ਨੂੰ ਪ੍ਰੀਪੇਅਰ ਨਹੀਂ ਕੀਤਾ ਉਦੋਂ ਤੱਕ ਬੇਟਾ ਤੁਹਾਡੀ ਜੋ ਲਰਨਿੰਗ ਹੈ ਉਹ ਪ੍ਰੋਪਰ ਨਹੀਂ ਹੋ ਸਕਦੀ। ਤੁਸੀਂ ਇਸ ਲਰਨਿੰਗ ਸੈਸ਼ਨ ਦਾ ਮੈਕਸਿਮਮ ਬੈਨੀਫਿਟ ਨਹੀਂ ਉਠਾ ਸਕਦੇ। ਸੋ ਕਾਪੀ ਪੈਨ ਆਪਣੇ ਕੋਲ ਨਾਲ ਲੈ ਕੇ ਬੈਠੋ। ਜੋ ਕੁਐਸਚਨਸ ਆਣਗੇ ਉਹਨੂੰ ਖੁਦ ਨਾਲ ਸੋਲਵ ਕਰੋ। ਉਸ ਤੋਂ ਬਾਅਦ ਰਿਮੂਵ ਡਿਸਟਰੈਕਸ਼ਨਸ। ਇਹਦਾ ਮਤਲਬ ਇਹ ਕਿ ਆਪਣੇ ਆਸ-ਪਾਸ ਜੋ ਹੈ ਡਿਸਟਰੈਕਸ਼ਨਸ ਨੂੰ ਥੋੜਾ ਘਟਾ ਲਓ। ਕਮਿਊਨੀਕੇਸ਼ਨ ਗੱਲਬਾਤ ਜੋ ਹੈ ਉਹ ਘੱਟ ਕਰੋ ਤਾਂ ਕਿ ਤੁਹਾਡੀ ਜਿਹੜੀ ਕੰਸੈਂਟਰੇਸ਼ਨ ਹੈ ਉਹ ਬਣੀ ਰਹੇ, ਜਿਹਦੇ ਨਾਲ ਕੀ ਹੈ ਤੁਸੀਂ ਕੁਐਸਚਨਸ ਨੂੰ ਨਾਲ ਸੋਲਵ ਕਰ ਸਕੋ। ਲਾਸਟ ਦੇ ਵਿੱਚ ਜਦੋਂ ਵੀਡੀਓ ਸਾਰੀ ਖਤਮ ਹੋ ਜਾਏਗੀ ਤੁਸੀਂ ਆਪਣੇ ਆਪ ਦਾ ਅਨਾਲਿਸਿਸ ਕਰੋ ਕਿ ਤੁਸੀਂ ਇਸ ਲਰਨਿੰਗ ਸੈਸ਼ਨ ਤੋਂ ਕੀ ਸਿੱਖਿਆ। ਇਸ ਲਰਨਿੰਗ ਸੈਸ਼ਨ ਤੋਂ ਪਹਿਲਾਂ ਤੁਹਾਡੀ ਲਰਨਿੰਗ ਜਾਂ ਤੁਹਾਡਾ ਕਨਸੈਪਟ ਡਿਸਟੈਂਸ ਐਂਡ ਡਾਇਰੈਕਸ਼ਨ ਦੇ ਰਿਗਾਰਡਿੰਗ ਕੀ ਸੀ ਔਰ ਲਾਸਟ ਦੇ ਵਿੱਚ ਕੀ ਚੇਂਜ ਆਇਆ ਕਿ ਤੁਸੀਂ ਕੁਐਸਚਨ ਸੋਲਵ ਕਰਨ ਦੇ ਕੈਪੇਬਲ ਹੋ ਗਏ ਆ ਜਾਂ ਨਹੀਂ। ਸੋ ਇਹ ਅਨਾਲਿਸਿਸ ਆਪਣਾ ਜ਼ਰੂਰ ਕਰਿਓ। So in this learning session, you will learn about the basic directions. And you know that there are 8 basic directions we should be crystal clear. 8 directions ਦੇ ਬਾਰੇ ਤੁਹਾਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਜੋ ਮੈਂ ਐਕਸਪਲੇਨ ਕਰਾਂਗੀ। ਉਸ ਤੋਂ ਬਾਅਦ ਕਦੋਂ ਤੇ ਕਿਸ ਟਾਈਮ ਦੇ ਅਸੀਂ ਪਾਈਥਾਗੋਰਸ ਥਿਊਰਮ ਲਗਾਣੀ ਹੈ ਤੇ ਪਾਈਥਾਗੋਰਸ ਥਿਊਰਮ ਲਗਾ ਕੇ ਅਸੀਂ ਕਿੱਦਾਂ ਸ਼ਾਰਟਕਟ ਮੈਥਡ ਦੇ ਨਾਲ ਪਾਈਥਾਗੋਰੀਅਨ ਟ੍ਰਿਪਲੇਟਸ ਨੂੰ ਯੂਜ਼ ਕਰਕੇ ਕੁਐਸਚਨ ਨੂੰ ਬਿਨਾਂ ਕੈਲਕੂਲੇਸ਼ਨ ਤੋਂ ਸੋਲਵ ਕਰ ਸਕਦੇ ਹਾਂ। ਲਾਸਟ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਪਹਿਲਾਂ ਵੀ ਕਿ ਪ੍ਰੀਵੀਅਸ ਈਅਰ ਦੇ ਕੁਐਸਚਨਸ ਹੀ ਇਹਦੇ ਵਿੱਚ ਡਿਸਕਸ ਕੀਤੇ ਹੋਏ ਆ। ਸੋ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲਾ ਆ ਸੈਸ਼ਨ। ਬੇਸਿਕ ਡਾਇਰੈਕਸ਼ਨਸ ਜਦੋਂ ਵੀ ਦੇਖਣਾ ਵਾ ਇਹਦੇ ਵਾਸਤੇ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਆਪਾਂ ਡਾਇਰੈਕਸ਼ਨਸ ਨੂੰ ਕਿਸ ਤਰ੍ਹਾਂ ਲਿਖਣਾ ਹੈ। ਦੇਖੋ ਡਾਇਰੈਕਸ਼ਨ ਦੇਖੋ, ਇਹ ਹੁੰਦੀ ਹੈ ਤੁਹਾਡੇ ਕੋਲ ਨਾਰਥ, ਇਹ ਹੁੰਦੀ ਸਾਊਥ, ਇਹ ਹੁੰਦੀ ਈਸਟ ਤੇ ਇਸ ਡਾਇਰੈਕਸ਼ਨ ਨੂੰ ਅਸੀਂ ਬੋਲਦੇ ਹਾਂ ਵੈਸਟ। ਇਹ ਵਾਲੀ ਜਿਹੜੀ ਤੁਹਾਡੇ ਕੋਲ ਦੇਖੋ ਬੇਟਾ ਹੌਰੀਜੈਂਟਲ ਲਾਈਨ ਹੁੰਦੀ ਹੈ ਜੋ ਤੁਸੀਂ ਆਪਣੇ ਕੋਆਰਡੀਨੇਟ ਜਿਓਮੈਟਰੀ ਦੇ ਵਿੱਚ ਵੀ ਕੀਤਾ ਹੋਣਾ ਹੈ। ਹੌਰੀਜੈਂਟਲ ਲਾਈਨ ਹੈ ਜੋ ਤੁਹਾਡੀ ਜਿਹਨੂੰ ਤੁਸੀਂ ਲੇਟਵੀ ਰੇਖਾ ਵੀ ਬੋਲਦੇ ਆ। ਸੋ ਇਹ ਵਾਲੀ ਜੋ ਹੌਰੀਜੈਂਟਲ ਇਹਨੂੰ ਅਸੀਂ ਬੋਲਦੇ ਹੌਰੀਜੈਂਟਲ ਡਾਇਰੈਕਸ਼ਨਸ। ਇਹ ਕਿਹੜੀ ਹੁੰਦੀ ਆ ਈਸਟ ਐਂਡ ਵੈਸਟ। ਇਹ ਵਾਲੀ ਜੋ ਲਾਈਨ ਹੈ ਇਹਨੂੰ ਅਸੀਂ ਕੀ ਬੋਲਦੇ ਆ ਵਰਟੀਕਲ ਲਾਈਨ ਹੁੰਦੀ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਡਾਇਰੈਕਸ਼ਨ ਜੋ ਹੁੰਦੀਆਂ ਵਾ ਉਹ ਇਹ ਵਾਲੀਆਂ ਡਾਇਰੈਕਸ਼ਨਸ ਹੁੰਦੀਆਂ। ਇਹਨਾਂ ਨੂੰ ਅਸੀਂ ਕੀ ਬੋਲਦੇ ਆ ਸਬਆਰਡੀਨੇਟ ਡਾਇਰੈਕਸ਼ਨਸ। ਇਹ ਹੋ ਗਈ ਨਾਰਥ ਵੈਸਟ, ਇਹ ਹੋ ਗਈ ਸਾਊਥ ਵੈਸਟ, ਇਹਨੂੰ ਬੋਲਦੇ ਸੀ ਨਾਰਥ ਈਸਟ ਤੇ ਇਸ ਡਾਇਰੈਕਸ਼ਨ ਨੂੰ ਬੋਲਦੇ ਆ ਸਾਊਥ ਈਸਟ। ਲਿਖਣਾ ਬੇਟਾ ਨੂੰ ਅਸੀਂ ਇਸ ਤਰ੍ਹਾਂ ਹੀ ਹੈ। ਇਹਨੂੰ ਅਸੀਂ ਵਰਟੀਕਲ ਜੋ ਸਾਡੇ ਕੋਲ ਡਾਇਰੈਕਸ਼ਨਸ ਹੈ ਉਹਨੂੰ ਪਹਿਲਾਂ ਅੱਗੇ ਰੱਖਣਾ ਹੈ। ਨਾਰਥ ਹੈ ਤੇ ਨਾਰਥ ਈਸਟ ਲਿਖਾਂਗੇ ਜੇ ਇਸ ਕੁਆਡਰੈਂਟ ਦੇ ਵਿੱਚ ਹੈ। ਜੇ ਇਸ ਕੁਆਡਰੈਂਟ ਸੈਕਿੰਡ ਕੁਆਡਰੈਂਟ ਦੇ ਵਿੱਚ ਹੈ ਤੇ ਨਾਰਥ ਵੈਸਟ ਲਿਖਾਂਗੇ, ਥਰਡ ਵਿੱਚ ਸਾਊਥ ਵੈਸਟ ਐਂਡ ਫੋਰਥ ਵਿੱਚ ਸਾਊਥ ਈਸਟ। ਨਾਰਥ ਨੂੰ ਪੰਜਾਬੀ ਵਿੱਚ ਬੋਲਦੇ ਬੇਟਾ ਉੱਤਰ, ਇਹ ਤੁਹਾਡੇ ਕੋਲ ਹੁੰਦਾ ਹੈ ਦੱਖਣ, ਇਹਨੂੰ ਬੋਲਦੇ ਸੀ ਪੂਰਬ ਈਸਟ ਨੂੰ, ਤੇ ਵੈਸਟ ਨੂੰ ਬੋਲਦੇ ਆ ਪੱਛਮ।
पहली चीज़ तुहानूं इहदे बारे बिल्कुल पता होना चाहिए। सैकेंड गल है जो वो है तुहानूं लैफ्ट एंड राइट बारे प्रॉपर पता होना चाहिए कि किस डायरैक्शन दे विच जो लैफ्ट मुड़न वास्ते क्या, लैफ्ट टर्न वास्ते क्या, तो उदों असीं किस साइड ते मूव करना, जे राइट किया होया उदों किस साइड ते। इहदे विच रट्टा लगाउण वाली बेटा कोई गल नहीं है। तुसीं इहनूं याद नहीं इदां करना, सिंपल तुहानूं दस्सण लगी हाँ कि जदों भी लैफ्ट जां राइट का कंसैप्ट आंदा है उस केस दे विच तुसीं की करना हुंदा है कि अपने आप नूं सपोज करना हुंदा कि तुसीं उस टाइम दे उपर तुसीं ही आ। जो तुहाडा राइट होएगा वो इन्हां दा भी राइट होएगा और जो तुहाडा लैफ्ट होएगा वो इन्हां दा लैफ्ट होएगा। इन्हां दा मतलब जो क्वेश्चन दे विच जिहदे बारे गल कीती होएगी। देखो जिद्दां तुहाडे कोल 4 डायरैक्शनस आ, नॉर्थ साउथ ईस्ट वैस्ट। इनू मैं फिर तो एक बारी दस दिंदी हाँ क्योंकि कंसैप्ट जिहड़ा मेन बेटा तुहानूं जो समझ आ गया क्वेश्चन तुहानूं करने ईजी होणगे। नॉर्थ, जे कोई परसन मान लो इत्थों स्टार्ट होके नॉर्थ वाली डायरैक्शन दे विच गया होया, तुसीं अपने आप नूं सपोज करना कि तुसीं जा रहे हैं। हुण तुसीं इस डायरैक्शन दे विच जा रहे हैं बेटा, जो तुहाडा राइट हैंड साइड होएगा वो इहदा राइट होएगा। ठीक है, तुहाडा राइट देखो इस साइड ते जिहदे नाल तुसीं लिख रहे हैं, आ राइट बन गया तो ये बन गया लैफ्ट। सो जे इस डायरैक्शन दे विच कोई परसन मूव कर रहा उन्होंने उस तो बाद राइट टर्न करना होगा तो तुहाडा राइट आया तो उस परसन का राइट भी ये होएगा तो उन्होंने इस डायरैक्शन दे विच फिर मूव करना है। जे लैफ्ट बोलिया होए तो इस डायरैक्शन दे विच मूव करेगा। सिमिलरली देखो वैस्ट की असीं गल करिए, वैस्ट वाली साइड के उपर फेस है, देखो इस साइड ते फेस है तुहाडा तो इस साइड के उपर लैफ्ट राइट भी की होएगा। जो तुहाडा लैफ्ट है वो इहदा लैफ्ट है, जो तुहाडा राइट है वो इहदा राइट होएगा। हुण इस केस दे विच की हुंदा वा लैफ्ट तुहाडा ए बन गया लैफ्ट तो राइट की है ए वाली चीज़ बन गई राइट। अपने आप नूं बेटा तुसीं सपोज करना है, कुछ नहीं याद करना क्लॉकवाइज एंटी क्लॉकवाइज का कंसैप्ट कुछ नहीं याद करना, सिर्फ तो सिर्फ अपने आप नूं इत्थे सपोज करना है। जो तुहाडा राइट होएगा इहदा राइट है, जो तुहाडा लैफ्ट है वो इहदा लैफ्ट है। सो ये हो गया राइट एंड लैफ्ट। ईस्ट की गल कर लो, इत्थे भी अपने आप नूं सपोज कर लो। जे तुसीं अपने आप नूं इत्थे सपोज किया है तो लैफ्ट किहड़ा होएगा, फिर ए वाली चीज़ होएगी लैफ्ट तो ये होएगी राइट। बट फोर्थ डायरैक्शन की जो तुसीं गल करनी साउथ की, सिर्फ साउथ एक ऐसी डायरैक्शन है जिहदे विच साडा राइट होएगा जो इहदा लैफ्ट बनेगा, साडा लैफ्ट है जो इहदा राइट बनेगा। सो साउथ डायरैक्शन दे विच जे कोई परसन इधर मूव कर रहा तो जे उन्हें टर्न किया लैफ्ट वाल तो उन्हें लैफ्ट इस साइड ते नहीं जाना, उन्हें लैफ्ट इस साइड ते जाना। ये होएगा इहदा लैफ्ट तो ये होएगा इहदा राइट। ठीक है बेटा, क्लीयर है। बस ये अकॉर्डिंग ही बस इस चीज़ में तुसीं माइंड दे विच रखना वा। डिस्टेंस एंड डायरैक्शन के जो क्वेश्चनस है वो बहुत ईजी हो जाने हैं, तुहानूं कोई भी कन्फ्यूजन नहीं होएगी डायरैक्शनस दे नाल रिलेटिड। नेक्स्ट बेटा, अकॉर्डिंग टू द डिफिकल्टी लेवल ऑफ क्वेश्चंस आई हैव डिवाइडेड द क्वेश्चंस इनटू 3 लैवल्स, लैवल 1, लैवल 2 एंड लैवल 3। लैवल 1 दे विच वो वाले क्वेश्चंस रखे है जो कंपैरेटिवली ईजी है, मीनस लैवल 1 दे विच प्रीवियस ईयर के क्वेश्चंस जो थोड़े ईजी है उन्होंने मैं रखा होया। लैवल 2 दे विच डिफिकल्टी लैवल थोड़ा जिहा इनक्रीज़ होएगा और लैवल 3 दे विच थोड़ा जिहा उस तो ज़्यादा होएगा। ਇਹਦਾ मतलब ये नहीं है कि तुसीं उन्हें सॉल्व नहीं कर पाओगे, ਇਹਦਾ मतलब ये है कि क्वेश्चन का जो लैवल है मैं उन्होंने ईजी टू डिफिकल्ट रखा होया। सो लैवल 1 के क्वेश्चन नाल असीं स्टार्ट करते हैं फस्ट क्वेश्चन के नाल। फस्ट क्वेश्चन जो है ये बेटा तुहाडा 2019 दे विच आया होया है। क्वेश्चन बहुत सिंपल है, फस्ट लैवल दे विच है। देखो क्वेश्चन की स्टेटमेंट, Karan wants to go to college which is situated in a direction opposite to that of a mall। एक मॉल की गल करती है, स्कूल जाना चाह रहा है, कॉलेज जाना चाह रहा है करन, मॉल दे ऑपोजिट है उहदा स्कूल। देखो ये गल इत्थे, ही स्टार्ट्स फ्रॉम हिज हाउस विच इज़ इन द ईस्ट एंड कम्स एट ए 4-वे प्लेस। क्वेश्चन स्टार्ट करन तो पहला हमेशा तुसीं ये डायरैक्शनस है जो इनू जरूर तुसीं ड्रॉ करना है, नॉर्थ साउथ ईस्ट एंड वैस्ट। ईस्ट वाली साइड ते घर है उहदा, अपने घर तो चलिया एक चरस्ते ते पहुँचा, सपोज करो चरस्ते ते आ गया हो,
उस तो बाद उन्हें की किया, ही स्टार्ट्स फ्रॉम हिज हाउस विच इज़ इन द ईस्ट एंड कम्स एट ए 4-वे प्लेस, हिज लैफ्ट साइड रोज गोज़ टू द मॉल। हुण इहदा लैफ्ट देखना सी, ईस्ट तो गया दा मतलब इहदा फेस की आ, इस साइड ते आ, फेस इस साइड ते आ, इस साइड ते जिहदा फेस हो गया, उस तो बाद ਉਹਦਾ ਲੈਫਟ। ਹੁਣ ਇਹ ਤੁਹਾਡੇ ਕੋਲ ਕਿਹੜੀ ਬਣਦੀ ਪਈ ਹੈ, ਤੁਸੀਂ ਆਪਣੇ ਆਪ ਨੂੰ ਸਪੋਜ਼ ਕਰੋ ਤੁਹਾਡਾ ਲੈਫਟ ਬੇਟਾ ਕਿਹੜਾ ਹੋਏਗਾ, ਤੁਹਾਡਾ ਲੈਫਟ ਕਿਹੜਾ ਹੋਏਗਾ ਇੱਥੇ। ਜੇ ਤੁਸੀਂ ਆਪਣੇ ਆਪ ਨੂੰ ਇੱਥੇ ਸਪੋਜ਼ ਕੀਤਾ ਤਾਂ ਇਹ ਹੋਏਗਾ ਰਾਈਟ ਤੇ ਇਹ ਹੋਏਗਾ ਲੈਫਟ, ਇਸ ਤਰ੍ਹਾਂ ਹੀ ਹੋਏਗੀ। ਹਿਸ ਲੈਫਟ ਸਾਈਡ ਰੋਡ ਗੋਜ਼ ਟੂ ਦਾ ਮॉल, ਲੈਫਟ ਸਾਈਡ ਤੇ ਕੀ ਹੈ, ਮॉल ਹੈ, ਇਹਦਾ ਮਤਲਬ ਇਸ ਡਾਇਰੈਕਸ਼ਨ ਦੇ ਵਿੱਚ ਹੈ ਮॉल। ठीक है। इन विच डायरैक्शन इज़ द कॉलेज लोकेटेड। हुण उपर हिंट दे चुके सी कि जो उहदा कॉलेज है करन दा वो मॉल दे ऑपोजिट है। मॉल किस डायरैक्शन दे विच है, मॉल तो साउथ डायरैक्शन दे विच है, तो साउथ की ऑपोजिट किहड़ी डायरैक्शन हुंदी है, नॉर्थ। सो इहदा मतलब की हो गया कि करन दा जो कॉलेज है वो किस डायरैक्शन दे विच है, नॉर्थ डायरैक्शन दे विच। सो लास्ट ऑप्शन जो है उहदा राइट आंसर है। सो वेरी ईजी क्वेश्चन। 2020 का क्वेश्चन ये की देखो, ए एंड बी स्टार्ट वॉकिंग फ्रॉम ए पॉइंट इन ऑपोजिट डायरैक्शन। ए तो बी एक ही पॉइंट तो स्टार्ट करते चलना, बट जाते किद्दां आ, ऑपोजिट डायरैक्शन दे विच चले जाते हैं। सो सब तो पहला जो बेसिक है तुसी की ड्रॉ करना हुंदा दे विच डायरैक्शनस, इनू तुसी बनाना डायरैक्शनस नू। ये किहड़ी तुहाडे कोल नॉर्थ साउथ, ये किहड़ी है ईस्ट एंड ये है वैसट। इस पॉइंट तो दोनों चलना स्टार्ट कर रहे हैं ऑपोजिट डायरैक्शन दे विच। ऑपोजिट मतलब मान लो कि इस डायरैक्शन दे विच ए गया, उस तो ऑपोजिट डायरैक्शन किहड़ी है ए वाली, तो इस डायरैक्शन दे विच बी चला गया। नैक्सट की कह रहे हैं, ए कवर्स 3 किलोमीटर एंड बी कवर्स 4। ए ने कितना कवर किया डिस्टेंस 3 किलोमीटर, ਇਹਦਾ मतलब इत्थों तो लैके इत्थे तक का डिस्टेंस कितना बन गया 3, एंड इनिशियल पॉइंट तो बी पॉइंट तक का डिस्टेंस है जो ये कितना है 4 किलोमीटर। अगे कह रहे हैं दैन ए टर्नस राइट। हुण ए दी पोजीशन देखो की है, ए दा लैफ्ट राइट देखो की सी, ਇਹਦਾ राइट ए वाला होएगा तो लैफ्ट होएगा ए। अपने आप नूं सपोज करके देखो, हुण ए ने की किया राइट, ए टर्नस राइट, राइट मतलब इस डायरैक्शन दे विच चला गया। किन्ने किलोमीटर गया वो 4 किलोमीटर चला गया। दैन बी ऑल्सो टर्नस लैफ्ट, नहीं वाइल बी टर्नस लैफ्ट, बी दा लैफ्ट की है। हुण अपने आप नूं सपोज करो इधर तुहाडा लैफ्ट है, इधर तुहाडा राइट है, ਇਹਦਾ मतलब बी किस साइड ते गया, वो भी इस डायरैक्शन में चला गया। तो डिस्टेंस कितना कवर किया ने 3 किलोमीटर। हाउ फार इज़ ईच फ्रॉम द स्टार्टिंग पॉइंट। स्टार्टिंग पॉइंट का डिस्टेंस, ਇਹਦਾ मतलब देखो स्टार्टिंग पॉइंट का डिस्टेंस इन्होंने सानू फाइंड आउट करने लिए क्या होया। तो जदों भी बेटा देखो आ वाली डायरैक्शन तुहानू मैं स्टार्टिंग च दसियां, ये डायरैक्शन की होंदियां सबऑर्डीनेट डायरैक्शनस। जदों भी सबऑर्डीनेट डायरैक्शन की गल आ जाती है उत्थे हमेशा की है तुहाडे कोल पाइथागोरस थ्योरम लगती है। ठीक है। सो ये वाला डिस्टेंस इनिशियल पॉइंट तो ये वाला डिस्टेंस जिसे फाइंड आउट करना हो पाइथागोरस थ्योरम लगा सकते हैं, क्योंकि ये एंगल कितना 90 डिग्री का। पाइथागोरस थ्योरम लगाते देखो ये साइड्स की है, मैं इनू सॉल्व नहीं कराँगी, मैं तुहानू प्रीवियस वीडियोज़ भी एक्सप्लेन कर चुकी हैं कंसैप्ट कि जदों वीडियोज़ जदों तुहाडे कोल साइड्स जिद्दां 4 किलोमीटर है 3 है, तो ये वाली साइड कितनी होएगी ऑटोमैटिकली 5। क्यों, क्योंकि 3 4 एंड 5 ये तीनों की होंगे पाइथागोरियन ट्रिपलेट्स। सिमिलरली यदी भी साइड देखो कि 3 है, ये कितना सी डिस्टेंस 4 है, तो ये कितना डिस्टेंस है 5। 3 4 एंड 5 ਇਹਦਾ मतलब दोनों ने इनिशियल पॉइंट तो डिस्टेंस कितना कितना कवर किया 5,5। ਇਹਦਾ मतलब ਕਿਹੜੀ ऑप्शन ठीक हुई, ऑप्शन नंबर बी सेकंड ऑप्शन 5 किलोमीटर 5 किलोमीटर। सो सेकंड ऑप्शन इज़ द राइट आंसर। ये देखो 2018 का क्वेश्चन है, ए इज़ 40 मीटर साउथ वैसट ऑफ बी। मतलब सानू पहला डायरैक्शनस जो है वो बनानिया पैनियां। ये किहड़ी हैगी है नॉर्थ साउथ ईस्ट एंड वैसट। हुण किहड़ी गल कर रहे हैं, साउथ एंड वैसट की गल कर रहे हैं।
ਸਾਊਥ ਏਰੀਆ ਤੇ ਵੈਸਟ ਏਰੀਆ, ਇਹਦਾ ਮਤਲਬ ਕਿਹੜੀ ਡਾਇਰੈਕਸ਼ਨ ਦੀ ਗੱਲ ਹੋ ਰਹੀ, ਸਬੋਰਡੀਨੇਟ। ਉਹ ਡਾਇਰੈਕਸ਼ਨ ਕਿਹੜੀ ਹੈ, ਇਹ ਵਾਲੀ ਹੈ। ਇਹ ਡਾਇਰੈਕਸ਼ਨ ਕੀ ਹੈ, ਸਾਊਥ ਐਂਡ ਵੈਸਟ। ਹੋਪਸ ਹੋ ਕੇ ਵਿਜ਼ੀਬਲ ਹੋਏਗਾ ਇਹ। ਸਾਊਥ ਵੈਸਟ ਆ ਗਿਆ। ਕੀ ਪੁੱਛਿਆ ਕੁਐਸਚਨ ਦੇ ਵਿੱਚ, ਏ ਇਜ਼ 40 ਮੀਟਰ ਸਾਊਥ ਵੈਸਟ ਆਫ ਬੀ। ਸਾਊਥ ਵੈਸਟ ਆਫ ਬੀ ਕੌਣ ਹੈ, ਏ ਹੈ। ਇਹਦਾ ਮਤਲਬ ਬੀ ਦੀ ਪੋਜੀਸ਼ਨ ਕਿੱਥੇ ਹੋਏਗੀ, ਇੱਥੇ ਹੋਏਗੀ। ਏ ਰਿਹਾ ਬੀ, ਤੇ ਬੀ ਦੀ ਪੋਜੀਸ਼ਨ ਤੋਂ 40 ਮੀਟਰ ਸਾਊਥ ਵੈਸਟ 'ਤੇ ਕੌਣ ਹੈ, ਏ। ਇਹਦਾ ਮਤਲਬ ਏ ਰਿਹਾ ਏ। ਤਾਂ ਕਿੰਨਾ ਡਿਸਟੈਂਸ ਇਹਨੇ ਇੱਥੇ ਕਵਰ ਕੀਤਾ ਹੈ, 40 ਮੀਟਰ। ਨੈਕਸਟ ਕੀ ਕਹਿ ਰਿਹਾ, ਸੀ ਇਜ਼ 40 ਮੀਟਰ ਸਾਊਥ ਈਸਟ ਆਫ ਬੀ। ਸਾਊਥ ਈਸਟ, ਸਾਊਥ ਰਿਹਾ ਏ, ਈਸਟ ਰਿਹਾ ਏ, ਦਾ ਮਤਲਬ ਸਬੋਰਡੀਨੇਟ ਡਾਇਰੈਕਸ਼ਨ ਦੀ ਗੱਲ ਹੋ ਰਹੀ ਆ। ਤੇ ਇਹ ਵਾਲੀ ਡਾਇਰੈਕਸ਼ਨ ਹੈ, ਇਹ ਬਣ ਗਈ ਸਾਊਥ ਐਂਡ ਈਸਟ ਡਾਇਰੈਕਸ਼ਨ। ਤੇ ਇੱਥੇ ਕੌਣ ਹੈ ਇਸ ਟਾਈਮ ਤੇ, ਸੀ ਹੈ। ਇਹ ਆ ਗਿਆ ਸੀ। ਠੀਕ ਹੈ, ਆ ਹੋਇਆ ਏ, ਇਹ ਰਿਹਾ ਬੀ ਐਂਡ ਇਹ ਆਇਆ ਸੀ। ਹੁਣ ਕੀ ਪੁੱਛ ਰਿਹਾ, ਸੀ ਇਜ਼ 40 ਮੀਟਰ ਸਾਊਥ ਈਸਟ ਆਫ ਬੀ, ਦੈਨ ਸੀ ਇਜ਼ ਇਨ ਵਿਚ ਡਾਇਰੈਕਸ਼ਨ ਆਫ ਏ। ਸੀ ਦੀ ਡਾਇਰੈਕਸ਼ਨ ਪੁੱਛੀ ਹੋਈ ਹੈ ਵਿਦ ਰਿਸਪੈਕਟ ਟੂ ਏ। ਹੁਣ ਇਸ ਕੁਐਸਚਨ ਨੂੰ ਕਰਨ ਵਾਸਤੇ ਸਾਨੂੰ ਪਹਿਲਾਂ ਏ ਦੀ ਡਾਇਰੈਕਸ਼ਨ ਦੇਖੋ। ਜਦੋਂ ਏ ਦੀ ਡਾਇਰੈਕਸ਼ਨ ਦੇਖਣੀ ਬੇਟਾ, ਦੇਖੋ ਇੱਥੇ ਕੀ ਹੈ, ਨਾਰਥ ਸਾਊਥ, ਏਰੀਆ ਈਸਟ ਐਂਡ ਵੈਸਟ। ਏ ਦੀ ਕਿਸ ਡਾਇਰੈਕਸ਼ਨ ਦੇ ਵਿੱਚ ਸੀ ਹੈ, ਈਸਟ ਡਾਇਰੈਕਸ਼ਨ ਦੇ ਵਿੱਚ। ਸੋ ਇਹਦਾ ਮਤਲਬ ਕਿਹੜੀ ਆਪਸ਼ਨ ਠੀਕ ਹੋਈ, ਏ, ਈਸਟ ਡਾਇਰੈਕਸ਼ਨ ਦੇ ਵਿੱਚ ਹੈ। ਸੋ ਆਪਸ਼ਨ ਨੰਬਰ ਇਜ਼ ਦ ਰਾਈਟ ਆਂਸਰ। ਵੈਰੀ ਈਜ਼ੀ ਕੁਐਸਚਨ। ਇਹ ਸਟੇਟਮੈਂਟ ਦੇਖੋ, ਆਸ਼ਾ ਇਜ਼ ਗੋਇੰਗ ਨੌਰਥਵਰਡਸ, ਸ਼ੀ ਟਰਨਸ ਰਾਈਟ। ਇਹਦਾ ਮਤਲਬ ਡਾਇਰੈਕਸ਼ਨਸ ਪਹਿਲਾਂ ਬਣਾ ਲਈਏ। ਡਾਇਰੈਕਸ਼ਨ ਬਣਾਉਣ ਲਈ ਕੀ ਕਰਨਾ ਪੈਣਾ ਹੈ, ਇਹ ਰਹੀਆਂ ਡਾਇਰੈਕਸ਼ਨਸ, ਨੌਰਥ ਸਾਊਥ ਈਸਟ ਐਂਡ ਵੈਸਟ। ਡਾਇਰੈਕਸ਼ਨਸ ਬਣ ਗਈਆਂ। ਹੁਣ ਆਸ਼ਾ ਇਜ਼ ਗੋਇੰਗ ਨੌਰਥਵਰਡਸ, ਨੌਰਥ ਕੀ ਹੈ, ਉੱਪਰ ਵਾਲੀ ਸਾਈਡ ਹੈ। ਠੀਕ ਹੈ, ਇੱਥੋਂ ਸਟਾਰਟ ਕੀਤਾ ਸੀ, ਕਿਸ ਡਾਇਰੈਕਸ਼ਨ 'ਤੇ ਗਈ, ਨੌਰਥ ਡਾਇਰੈਕਸ਼ਨ। ਸ਼ੀ ਟਰਨਸ ਰਾਈਟ। ਹੁਣ ਨੌਰਥ ਡਾਇਰੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਸਪੋਜ਼ ਕਰੋ, ਇਹ ਤੁਹਾਡਾ ਰਿਹਾ ਰਾਈਟ, ਇਹ ਰਿਹਾ ਲੈਫਟ। ਕੀ ਕਹਿ ਰਿਹਾ, ਸ਼ੀ ਟਰਨਸ ਰਾਈਟ। ਰਾਈਟ ਟਰਨ ਕੀਤਾ ਮਤਲਬ ਇਸ ਡਾਇਰੈਕਸ਼ਨ ਦੇ ਵਿੱਚ ਚਲੀ ਗਈ ਹੈ। ਐਂਡ ਮੂਵ ਸਮ ਡਿਸਟੈਂਸ, ਕੁਛ ਡਿਸਟੈਂਸ ਮੂਵ ਕੀਤਾ, ਐਂਡ ਅਗੇਨ ਟਰਨਸ ਟੂ ਹਰ ਰਾਈਟ। ਹੁਣ ਜੇ ਇਸ ਡਾਇਰੈਕਸ਼ਨ ਦੇ ਵਿੱਚ ਖੜੀ ਹੈ, ਇਹ ਇਹਦਾ ਲੈਫਟ ਹੋ ਗਿਆ ਤੇ ਇਹ ਕੀ ਹੋ ਗਿਆ, ਇਹਦਾ ਰਾਈਟ ਹੋ ਗਿਆ। ਫਿਰ ਉਹ ਕਿੱਧਰ ਟਰਨ ਕੀਤਾ ਉਹਨੇ, ਰਾਈਟ, ਟਰਨਸ ਆਰ ਰਾਈਟ। ਫਿਰ ਤੋਂ ਕਿੱਥੇ ਚਲੀ ਗਈ, ਉਹ ਆਪਣੀ ਰਾਈਟ ਡਾਇਰੈਕਸ਼ਨ ਦੇ ਵਿੱਚ ਚਲੀ ਗਈ। ਠੀਕ ਹੈ, ਫਰਸਟ ਲਾਈਨ ਤੱਕ ਜੋ ਹੈ ਅਸੀਂ ਡਰਾ ਕਰ ਚੁੱਕੇ ਹਾਂ। ਆਫਟਰ ਮੂਵਿੰਗ ਸਮ ਡਿਸਟੈਂਸ ਸ਼ੀ ਟਰਨਸ ਟੂ ਹਰ ਲੈਫਟ। ਹੁਣ ਇੱਥੇ ਲੈਫਟ ਦੇ ਵਿੱਚ ਦੇਖੋ, ਇਹ ਕਿਹੜੀ ਡਾਇਰੈਕਸ਼ਨ ਆ ਗਈ, ਹੁਣ ਸਾਊਥ ਡਾਇਰੈਕਸ਼ਨ ਆ ਗਈ ਹੈ। ਸਾਊਥ ਡਾਇਰੈਕਸ਼ਨ ਦੇ ਵਿੱਚ ਕੀ ਮੈਂ ਤੁਹਾਨੂੰ ਕਿਹਾ ਹੋਇਆ ਸੀਗਾ ਕਿ ਇਹਨਾਂ ਨੇ ਕੀ ਬੋਲਿਆ ਹੈ, ਆਫਟਰ ਮੂਵਿੰਗ ਸਮ ਡਿਸਟੈਂਸ ਸ਼ੀ ਟਰਨਸ ਟੂ ਹਰ ਲੈਫਟ। ਲੈਫਟ, ਲੈਫਟ ਦਾ ਮਤਲਬ ਕੀ ਹੈ, ਉਹ ਇਸ ਸਾਈਡ 'ਤੇ ਟਰਨ ਨਹੀਂ ਕਰੇਗੀ ਕਿਉਂਕਿ ਸਾਊਥ ਡਾਇਰੈਕਸ਼ਨ ਆ ਗਈ ਨਾ। ਅਤੇ ਸਾਊਥ ਡਾਇਰੈਕਸ਼ਨ ਦੇ ਵਿੱਚ ਇਹ ਤੁਹਾਡਾ ਲੈਫਟ ਰਿਹਾ, ਇਹ ਰਿਹਾ ਤੁਹਾਡਾ ਰਾਈਟ। ਸੋ ਲੈਫਟ ਵਾਲੀ ਡਾਇਰੈਕਸ਼ਨ ਦੇ ਉੱਪਰ ਟਰਨ ਕੀਤਾ ਹੈ, ਅਤੇ ਇਹਦਾ ਮਤਲਬ ਇਸ ਸਾਈਡ 'ਤੇ ਇਹ ਮੂਵ ਕਰੇਗੀ। ਇਸ ਸਾਈਡ 'ਤੇ ਮੂਵ ਕੀਤਾ, ਗੋਜ਼ ਫਾਰਵਰਡ ਐਂਡ ਅਗੇਨਸ ਟਰਨਸ ਟੂ ਹਰ ਲੈਫਟ। ਫਿਰ ਤੋਂ ਆਪਣੇ ਲੈਫਟ ਵਿੱਚ। ਹੁਣ ਜੋ ਤੁਹਾਡਾ ਲੈਫਟ ਹੈ ਉਹ ਇਹਦਾ ਲੈਫਟ ਹੋਏਗਾ। ਇੱਥੇ ਤੁਹਾਡਾ ਲੈਫਟ ਕੀ ਹੈ, ਇਹ ਵਾਲਾ। ਇਹਦਾ ਮਤਲਬ ਫਿਰ ਕਿਸ ਡਾਇਰੈਕਸ਼ਨ ਦੇ ਵਿੱਚ ਗਈ, ਉਹ ਲੈਫਟ ਡਾਇਰੈਕਸ਼ਨ ਦੇ ਵਿੱਚ ਚਲੀ ਗਈ। ਏਰੀਆ ਦੀ ਲੈਫਟ ਡਾਇਰੈਕਸ਼ਨ, ਗੋਜ਼ ਫਾਰਵਰਡ ਐਂਡ ਅਗੇਨ ਟਰਨਸ ਟੂ ਹਰ ਲੈਫਟ। ਨਾਓ ਇਨ ਵਿਚ ਡਾਇਰੈਕਸ਼ਨ ਇਜ਼ ਆਸ਼ਾ ਗੋਇੰਗ। ਹੁਣ ਦੱਸਣਾ ਸੀ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਹੈ। ਹੁਣ ਦੇਖੋ ਬੇਟਾ, ਕਿਸ ਡਾਇਰੈਕਸ਼ਨ ਦੇ ਵਿੱਚ ਹੈ, ਇਹਦੀ ਦੇਖੋ ਨਾਰਥ ਵਾਲੀ ਸਾਈਡ 'ਤੇ। ਸੋ ਕੀ ਆਨਸਰ ਆਏਗਾ ਇਹਦਾ, ਆਪਸ਼ਨ ਨੰਬਰ ਏ, ਨਾਰਥ ਡਾਇਰੈਕਸ਼ਨ ਦੇ ਵਿੱਚ ਆਸ਼ਾ ਗਈ। ਠੀਕ ਹੈ, ਬਹੁਤ ਈਜ਼ੀ ਕੁਐਸਚਨ ਆ। ਬਸ ਇੱਥੇ ਸਿਰਫ ਤੇ ਸਿਰਫ ਧਿਆਨ ਰੱਖਣ ਵਾਲੀ ਕਿਹੜੀ ਚੀਜ਼ ਹੈ, ਸਾਊਥ ਵਾਲੀ ਡਾਇਰੈਕਸ਼ਨ ਜਦੋਂ ਆਈ ਸੀ ਉਦੋਂ ਤੁਸੀਂ ਇਹਦੇ ਲੈਫਟ ਵੱਲ ਟਰਨ ਕਰਨਾ ਅਤੇ ਇਸ ਸਾਈਡ 'ਤੇ ਇਹਨੂੰ ਟਰਨ ਕਰਵਾਉਣਾ, ਇਸ ਸਾਈਡ 'ਤੇ ਨਹੀਂ ਜਾਣਾ। ਠੀਕ ਹੈ, ਹੋਪਸ ਸਭ ਨੂੰ ਸਮਝ ਆ ਗਿਆ ਹੋਵੇਗਾ। ਕੁਐਸਚਨ ਦੇਖੋ, ਸਨੀ ਵਾਕਡ 6 ਮੀਟਰ ਫੇਸਿੰਗ ਟੂਵਰਡਸ ਈਸਟ। ਡਾਇਰੈਕਸ਼ਨਸ ਬਣਾ ਲੈਂਦੇ ਹਾਂ। ਡਾਇਰੈਕਸ਼ਨਸ ਦੇਖੋ ਇਹਦੀਆਂ, ਨਾਰਥ ਸਾਊਥ ਈਸਟ ਐਂਡ ਵੈਸਟ। ਸਨੀ ਵਾਕਡ 6 ਮੀਟਰ ਫੇਸਿੰਗ ਟੂਵਰਡਸ ਈਸਟ। ਈਸਟ ਵਾਲੀ ਸਾਈਡ 'ਤੇ ਫੇਸ ਕੀਤਾ ਨੇ, ਤਾਂ ਕਿੰਨੇ ਡਿਸਟੈਂਸ, ਕਿੰਨੇ ਕਿਲੋਮੀਟਰ ਗਿਆ ਇਹ, ਕਿੰਨੇ ਮੀਟਰ ਗਿਆ, 6 ਮੀਟਰ। ਇਸ ਸਾਈਡ 'ਤੇ 6 ਮੀਟਰ ਚਲਾ ਗਿਆ। ਦੈਨ ਟੁੱਕ ਏ ਰਾਈਟ ਟਰਨ। ਰਾਈਟ ਟਰਨ ਦੇਖ ਲਓ ਹੁਣ ਆਪਣੇ ਆਪ ਤੁਸੀਂ,
ए री लैफ्ट ए री राइट। राइट टर्न की है नीचे वाली साइड ते। दैन टुक ए राइट टर्न एंड वॉक द डिस्टेंस ऑफ 9 मीटर। 9 मीटर गया, 9 मीटर असीं कर लेंदे इत्थे। ये रहा डिस्टेंस इहदा 9 मीटर। हुण साउथ वाल आ गया, हुण बी केयरफुल। ही दैन टुक ए लैफ्ट टर्न। लैफ्ट टर्न मतलब जो तुहाडा राइट है वो इहदा बनना लैफ्ट। इहदा मतलब हुण इन्हें लैफ्ट लिया तो इस डायरैक्शन दे विच जाएगा। एंड वॉक ए डिस्टेंस ऑफ 6 मीटर। 6 मीटर का डिस्टेंस गया वो इस डायरैक्शन दे विच। ते ये डिस्टेंस कितना आ गया दा 6 मीटर। हुण की पूछिया इन्होंने, हाउ फार इज़ ही फ्रॉम द स्टार्टिंग पॉइंट। इस टाइम ते सनी इत्थे पहुँच चुका है तो स्टार्टिंग पॉइंट तो जो है असी इहदा ये वाला डिस्टेंस है जो वो दसना। हुण देखो बेटा सबऑर्डिनेट डायरैक्शन की गल आ गई। जिथे भी सबऑर्डिनेट डायरैक्शन की गल आती है पाइथागोरस थ्योरम लगती है। तो पाइथागोरस थ्योरम लगाने वास्ते की करना हुंदा सी, ये वाली चीज़ में एक्सटेंड किया। एक्सटेंड करन तो बाद इनू असी इस तरह मिला लिया। ये 90 डिग्री का है, जो ये 6 है तो बेटा ये भी कितना हो गया 6 मीटर हो गया। तो टोटल डिस्टेंस है जो ये कितना बन गया 6 + 6, ये टोटल डिस्टेंस बन गया 12 मीटर। हुण ये वाला डिस्टेंस हो गया तुहाडे कोल 12। ये डिस्टेंस कितना सी 9 मीटर। सो ये वाला डिस्टेंस कितना बन गया 9 मीटर। वी हैव टू फाइंड दिस डिस्टेंस। हुण देखो पाइथागोरियन ट्रिपलेट लगाने हैं। ये भी मैं तुहानूं दसदा सी, जे 9 है 12 है तो थर्ड की होएगा। ये वास्ते तुसीं इहनूं ईजीली लर्न कर सकते हैं। जिद्दां 3 4 ते 5 इहनूं तुसीं याद किया। जे इहनूं असीं एक कॉन्सटेंट नंबर नाल मल्टीप्लाई कर दईए तो जो साडे कोल नंबरस 3 बनते फिर तो पाइथागोरियन ट्रिपलेट होंदे आ। सानूं की चाहिए 9 एंड 12। असीं किन्ना मल्टीप्लाई करदे 3 नूं किन्ना मल्टीप्लाई करदे 3 नाल। 3 नूं 3 नाल मल्टीप्लाई किया किन्ना गया 9। 4 3 ज़ा 12, ये बन गया 15। सो साडे कोल 15 है जो वो आएगा ये वाला डिस्टेंस। जिन्होंने पाइथागोरियन ट्रिपलेट नहीं याद वो दूसरी तरह कर सकते हैं। पाइथागोरस थ्योरम लगा के वो की बनेगा 12 स्क्वायर प्लस AC स्क्वायर। देखो आ वाली चीज़ है, इहदा स्क्वायर है जो कि इक्वल बनता होंगे 12 स्क्वायर कितना होंगे 144 प्लस 9 स्क्वायर 81। उहदा की होंगे स्क्वायर रूट, तो स्क्वायर रूट कितना बनता है 225। तो इहदा आंसर कितना होंगे 15। सो ए ऑप्शन आना सी इहदा आंसर। होप्स सबनों क्लीयर होएगा बेटा। ट्राई करो पाइथागोरियन ट्रिपलेट की लिस्ट बना के रखो अपने कोल ते इहदे अकॉर्डिंग ही इन्हां क्वेश्चनस नूं सॉल्व करो। इनू क्वेश्चन नूं इत्थे कैलकुलेट करन दी बजाय ये तुहाडे कोल ईजी रहेगा। तुहानूं पता होना चाहिए 3 4 5 जो पाइथागोरियन ट्रिपलेट है 9 12 ते 15। 9 ते 12 दोनों किहदे विच आंदे आ ते ये वाला जिहड़ा तुहाडे कोल हाइपोटेन्यूज है दोनों तो वड्डा होना चाहिए 9 12 एंड 15। ये तुहाडे कोल अगला नंबर है। सो इस तरह तुसीं बिना कैलकुलेशन तो ही आंसर है जो फाइंड आउट कर सकते हैं। ए मैन स्टार्ट वॉकिंग फ्रॉम ए पॉइंट एंड वॉक्स 12 किलोमीटर टूवर्ड्स नॉर्थ। सब तो पहली कंडीशन की फुलफिल करनी असी। सब तो पहले दियां डायरैक्शनस असी बना रहे हैं, ड्रॉ कर रहे हैं। नॉर्थ साउथ ईस्ट वेस्ट, एरिया नॉर्थ साउथ ईस्ट एंड वेस्ट। ये ड्रॉ कर लिया। 12 किलोमीटर जा रहा है, इसका मतलब इस साइड ते चला गया। किन्ने किलोमीटर गया है 12 किलोमीटर चला गया। ही टर्न 90 डिग्री लैफ्ट। 90 डिग्री लैफ्ट। हुण तो इहदा लैफ्ट किहड़ा होएगा एरिया दा लैफ्ट, एरिया दा राइट। इत्थों ए 90 डिग्री ते कितना डिस्टेंस कवर किया ने। ही टर्न 90 डिग्री लैफ्ट वॉक्स ए डिस्टेंस एंड स्टॉप्ड। कुछ डिस्टेंस इन्हें कवर किया एंड दैन ही स्टॉप्ड। आ डिस्टेंस इन्हें कवर किया, इत्थे आके रुक गया। इफ़ द डिस्टेंस बिटवीन इनिशियल एंड फाइनल पोजीशन इज़ 13 किलोमीटर। देखो ये फाइनल पोजीशन सी, ये इनिशियल पोजीशन सी। ये वाला डिस्टेंस हुण इन्होंने देता होया, ये कह रहे हैं कि इन्हां दोनों का जो ये वाला डिस्टेंस है जे ये कितना बन रहा 13 किलोमीटर। दैन हाउ मच डिस्टेंस ही ट्रैवल्ड आफ्टर टर्निंग फ्रॉम द नॉर्थ। फ्रॉम द नॉर्थ मतलब यू हैव टू फाइंड दिस डिस्टेंस। हुण इहदे विच भी राइट एंगल ट्रायंगल बन रही है, सबऑर्डिनेट डायरैक्शन की गल हो रही है। दो साइड सानू पता चल चुकियां हैं, एक है 12 दूसरी है 13।
तो थर्ड वाली साइड जो है वो कितनी बननी है 5, वो होंगी है 5। ठीक है, पाइथागोरियन ट्रिपलेट है 5, 12 एंड 13। सो बी ऑप्शन जो है वो इसका राइट आंसर है। ठीक है, उदा भी तुसी कैलकुलेट करके देख सकते हैं, तो तुहाडा आंसर कितना आएगा 5 आंसर आएगा। बेटा ये क्वेश्चन हले लैवल 1 दे चले, अगे डिफिकल्ट क्वेश्चन भी आएंगे। वीडियो नू एंड तक जरूर देखना। जो वीडियो पसंद आई है तो चैनल नू सबसक्राइब कर सकते हैं। फरदर तुसी होर वीडियोज़ देखना चाहते हैं, सबसक्राइब करने तो बाद तुसी बैल आइकन भी प्रेस कर लो, ताकि नोटिफिकेशन है जो वीडियो अपलोड होने की सब तो पहला तुहाडे कोल पहुँचे। सो नैक्सट क्वेश्चन ते मूव करते हैं असी। डायरैक्शनस बना लो, नॉर्थ, साउथ, ईस्ट एंड वैसट। ए मैन गोज़ 10 किलोमीटर ड्यू साउथ। साउथ वाली साइड ते चला गया, हम पहले ही साउथ वाली डायरैक्शन दे विच है। किन्ने किलोमीटर है ये 10 किलोमीटर है। दैन ये टर्नस वैसट, हुण वैसट वाल कह रहे ने टर्न किया, वैसट वाल टर्न किया मतलब इस सीधा इधर वैसट वाली साइड ते मूव किया एंड गोज़ 5 किलोमीटर। इधर गया, कितना डिस्टेंस कवर किया ने 5 किलोमीटर। नाउ इट टर्नस बैक एंड गोज़ 10 किलोमीटर। वापस चला गया, जिस साइड तो आया उसी साइड ते चला गया, तो कितना डिस्टेंस कवर किया 10। इत्थे तो वापस आएगा 5, इत्थे हो जाएगा, तो मतलब नैक्सट असीं होर कितना मूव करवावांगे तो 5 किलोमीटर। 5 किलोमीटर होर मूव किया, तो टोटल है जो ये डिस्टेंस इस तरह साढ़े कोल 10 किलोमीटर आ गया। अगेन इट गोज़ 10 किलोमीटर ड्यू नॉर्थ। इस तो बाद वो फिर तो किन्ने किलोमीटर 10 किलोमीटर चला गया। देखो 10 किलोमीटर ही पहला आया सी, 10 किलोमीटर फिर तो चला गया। हुण की पूछा इन्होंने, वेयर इज़ मैन फ्रॉम द स्टार्टिंग पॉइंट। स्टार्टिंग पॉइंट तो मैन किस पोजीशन ते आ गया, आ रहा स्टार्टिंग पॉइंट ते एरिया दा फाइनल पॉइंट। पॉइंट तो किस डायरैक्शन दे विच है, स्टार्टिंग पॉइंट तो ईस्ट डायरैक्शन दे विच है। ते कितना डिस्टेंस कवर किया होया इत्थों लैके इत्थे तक दा, ये डिस्टेंस कितना सी 5 किलोमीटर सी। सो इनिशियल पॉइंट तो 5 किलोमीटर है, तो किस डायरैक्शन दे विच है, ईस्ट डायरैक्शन दे विच है। सो ये दोनों कंडीशन कित्थे फुलफिल हो रही हैं, ऑप्शन नंबर ए विच। 5 किलोमीटर है इनिशियल पॉइंट तो, 5 किलोमीटर ड्यू ईस्ट वाली डायरैक्शन ते। तो इस तरह तुसीं इहनूं सॉल्व कर सकते हैं। हाँ जी, नैक्सट क्वेश्चन। रही डायरैक्शंस नॉर्थ, साउथ, ईस्ट, वेस्ट। नूरा स्टार्ट्स फ्रॉम हिज हाउस एंड वॉक्स 4 किलोमीटर नॉर्थ। 4 किलोमीटर चलेगी नॉर्थ वाली साइड ते। ठीक है, सो ये डिस्टेंस कितना कवर किया ने 4 किलोमीटर। दैन 3 किलोमीटर वैसट, वैसट वाली साइड ते कितना गई है 3 किलोमीटर, एरिया 3 किलोमीटर वैसट वाली साइड ते। दैन 8 किलोमीटर साउथ, 8 किलोमीटर फिर तो साउथ वाली डायरैक्शन किहड़ी है, ये नीचे वाली डायरैक्शन है। तो ये कितना डिस्टेंस कवर किया ने 8 किलोमीटर। 4 8 डिस्टेंस हो गया, तो ये रिमेनिंग डिस्टेंस भी कितना हो गया 4 किलोमीटर। हाँ जी, क्वेश्चन की पूछ रही है, हाउ मैनी किलोमीटर्स अवे फ्रॉम हिज होम हर होम वाज शी। बाई मिसटेक हिज एंड ही लिखा होया। ਇਹਦਾ मतलब देखो एक ही सी इनिशियल पॉइंट, तो इत्थे ये फाइनल पॉइंट ते पहुंची आ। यही डिस्टेंस फाइंड आउट करने को क्या होया बेटा, डिस्टेंस कितना देखो, ये डिस्टेंस 4 है, ये वाला डिस्टेंस कितना 3 है। जो पाइथागोरस दियां साइड्स जो है सॉरी राइट एंगल दियां 3 4 है, तो थर्ड साइड कितनी होंदी है 5 किलोमीटर। सो ओबीअसली बिना कैलकुलेट किए तुसीं दस सकते हैं कि इसदा आंसर कितना बनना 5 किलोमीटर। सो देखिए, जो मैं बेटा तुहानूं स्टार्टिंग दे विच कहा सी कि पाइथागोरियन ट्रिपलेट्स के बारे तुहानूं मैं दसांगी। पाइथागोरियन ट्रिपलेट्स नूं तुसीं बेटा लर्न कर लो, लिस्ट बना लो। पाइथागोरियन ट्रिपलेट्स नूं राइट एंगल ट्रायंगल जिथे भी आती है कैलकुलेट करन दी बजाए सीधा ही तुसीं उस थर्ड साइड नूं दस सकते हैं, उहदे बारे सीधा ही तुसीं दस सकते हैं। सो इंपॉर्टेंट कंसैप्ट आ पाइथागोरियन ट्रिपलेट का।
ਹੁਣ ਇਹ ਤਾਂ ਸੀ ਬੇਟਾ ਤੁਹਾਡੇ ਕੋਲ ਜੋ ਮੈਂ ਹੁਣ ਕਰਵਾਏ ਲੈਵਲ 1 ਦੇ ਕੁਐਸਚਨ। ਤੁਸੀਂ ਖੁਦ ਦੇਖਿਆ ਕਿ ਬਹੁਤ ਈਜ਼ੀ ਕੁਐਸਚਨ ਸੀ ਜੋ ਕਿ NTSC ਦੇ ਸਟੇਜ 1 ਦੇ ਵਿੱਚ ਹੀ ਆਏ ਹੋਏ ਸੀ। ਹੁਣ ਮੂਵ ਕਰਦੇ ਸੀ ਲੈਵਲ 2 ਵਿੱਚ। ਲੈਵਲ 2 ਦੇ ਵਿੱਚ ਡਿਫਿਕਲਟੀ ਲੈਵਲ ਥੋੜ੍ਹਾ ਜਿਹਾ ਜ਼ਿਆਦਾ ਹੋਊਗਾ। ਮੈਂ ਇਹ ਨਹੀਂ ਕਹਿ ਰਹੀ ਕਿ ਕੁਐਸਚਨ ਬਹੁਤ ਡਿਫਿਕਲਟ ਹੋਣਗੇ, ਬਟ ਕੰਪੈਰੀਟਿਵਲੀ ਜੋ ਅਸੀਂ ਪਿੱਛੇ ਡਿਸਕਸ ਕੀਤੇ ਹੈ ਉਹਦੇ ਨਾਲੋਂ ਥੋੜ੍ਹਾ ਜਿਹਾ ਲੈਵਲ ਇਹਦਾ ਡਿਫਿਕਲਟ ਹੋਏਗਾ। ਸੋ ਡਰਨ ਵਾਲੀ ਗੱਲ ਨਹੀਂ ਹੈ। ਮੇਰੇ ਨਾਲ ਨਾਲ ਕੁਐਸਚਨ ਸੋਲਵ ਕਰੋ। ਹਾਂਜੀ, ਇਹ ਰਿਹਾ ਲੈਵਲ 2 ਦਾ ਕੁਐਸਚਨ ਨੰਬਰ 1। ਹਾਂਜੀ, ਸਭ ਤੋਂ ਪਹਿਲਾਂ ਡਾਇਰੈਕਸ਼ਨਸ ਬਣਾ ਲੈਂਦੇ ਹਾਂ। ਡਾਇਰੈਕਸ਼ਨਸ ਦੇਖੋ, ਇਹ ਰਹੀ ਨੌਰਥ, ਸਾਊਥ, ਈਸਟ ਐਂਡ ਵੈਸਟ। ਅੰਜੂ ਵਾਕਸ 15 ਮੀਟਰ ਟੂਵਰਡਸ ਨੌਰਥ। ਕਿੰਨਾ ਚਲੇਗੀ ਇਹ ਇਸ ਸਾਈਡ 'ਤੇ? ਮੰਨ ਲਓ ਕਿੰਨਾ ਚਲੇਗੀ ਇਹ 15 ਮੀਟਰ, ਕਿਉਂਕਿ ਇਹਨਾਂ ਨੇ ਕੁਐਸਚਨ ਦੇ ਵਿੱਚ ਬੋਲਿਆ ਹੋਇਆ। ਇਹ ਚਲੇਗੀ 15 ਮੀਟਰ। ਦੈਨ ਸੀ ਟਰਨਸ ਲੈਫਟ ਐਟ 90 ਡਿਗਰੀ। ਲੈਫਟ ਕੀ ਹੋਏਗਾ ਬੇਟਾ, ਤੁਹਾਨੂੰ ਹੁਣ ਪਤਾ ਹੀ ਹੋ ਗਿਆ। ਆ ਲੈਫਟ ਹੈ ਇਸ ਸਾਈਡ 'ਤੇ, ਲੈਫਟ ਸਾਈਡ 'ਤੇ 90 ਡਿਗਰੀ ਇਹਨੇ ਟਰਨ ਕੀਤਾ ਐਂਡ ਵਾਕਸ 30 ਮੀਟਰ। 90 ਡਿਗਰੀ 'ਤੇ ਚਲੀ ਗਈ, ਕਿੰਨੇ ਮੀਟਰ? 30 ਮੀਟਰ। ਦੈਨ ਟਰਨਸ ਰਾਈਟ ਐਟ 90 ਡਿਗਰੀ। ਰਾਈਟ ਸਾਈਡ ਕਿਹੜੀ ਹੋ ਗਈ ਇਹਦੀ? ਰਾਈਟ ਸਾਈਡ ਦੇਖੋ ਬੇਟਾ, ਇਹ ਹੋ ਗਈ ਦੀ ਰਾਈਟ, ਇਹ ਹੋ ਗਈ ਦੀ ਲੈਫਟ। ਰਾਈਟ ਸਾਈਡ 'ਤੇ ਇਹਨੇ 90 ਡਿਗਰੀ ਟਰਨ ਲਿਆ ਅਤੇ ਕਿੰਨੇ ਕਿਲੋਮੀਟਰ ਚਲੀ ਗਈ ਅੱਗੇ ਇਹ? 25 ਕਿਲੋਮੀਟਰ, ਸੌਰੀ ਮੀਟਰ। ਇਹ ਬਣ ਗਿਆ ਦਾ 25 ਮੀਟਰ। ਹਾਊ ਫਾਰ ਇਜ਼ ਸ਼ੀ ਫਰੋਮ ਦ ਸਟਾਰਟਿੰਗ ਪੁਆਇੰਟ ਐਂਡ ਇਨ ਵਿਚ ਡਾਇਰੈਕਸ਼ਨ? ਅਤੇ ਕਿਸ ਡਾਇਰੈਕਸ਼ਨ ਦੇ ਵਿੱਚ ਗਈ? ਹੁਣ ਦੇਖੋ ਇਹਦੀ ਆ ਕਿਸੇ ਦੀ ਇਨੀਸ਼ੀਅਲ ਪੁਆਇੰਟ, ਇਹ ਕਿਸੇ ਦਾ ਫਾਈਨਲ ਪੁਆਇੰਟ। ਇਨੀਸ਼ੀਅਲ ਪੁਆਇੰਟ ਤੋਂ ਫਾਈਨਲ ਪੁਆਇੰਟ ਦਾ ਡਿਸਟੈਂਸ ਇਹਨਾਂ ਨੇ ਪੁੱਛਿਆ ਹੋਇਆ। ਇਹਦੇ ਵਾਸਤੇ ਦੇਖੋ ਕਿਹੜੀ ਡਾਇਰੈਕਸ਼ਨ ਬਣਦੀ ਬੇਟਾ? ਇਹ ਸਬੋਰਡੀਨੇਟ ਡਾਇਰੈਕਸ਼ਨ ਬਣਦੀ ਪਈ ਹੈ। ਇਸ ਚੀਜ਼ ਨੂੰ ਅਸੀਂ ਇਸ ਤਰ੍ਹਾਂ ਕੰਪਲੀਟ ਕਰਨਾ ਹੁੰਦਾ। ਹੁਣ ਇਹਦੇ ਵਿੱਚ ਦੇਖੋ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ ਦੇਖ ਲਓ ਤੁਸੀਂ ਕੀ ਪੁੱਛਿਆ ਹੋਇਆ। ਇਹਨਾਂ ਨੇ ਹਾਊ ਫਾਰ, ਇੱਕ ਤਾਂ ਇਹਨਾਂ ਨੇ ਕੀ ਪੁੱਛਿਆ ਹੋਇਆ? ਡਿਸਟੈਂਸ ਪੁੱਛਿਆ ਹੋਇਆ। ਦੂਸਰੀ ਗੱਲ ਕੀ ਪੁੱਛਿਆ ਹੋਇਆ ਇਹਨਾਂ ਨੇ? ਇਨ ਵਿਚ ਡਾਇਰੈਕਸ਼ਨ। ਡਾਇਰੈਕਸ਼ਨ ਦੀ ਗੱਲ ਵੀ ਆ ਗਈ। ਪਹਿਲਾਂ ਤਾਂ ਤੁਸੀਂ ਸਿੱਧੀ ਇਹਦੀ ਡਾਇਰੈਕਸ਼ਨ ਹੀ ਦੇਖ ਲਓ। ਡਾਇਰੈਕਸ਼ਨ ਦੇਖੋ ਬੇਟਾ ਕਿਹੜੀ ਬਣਦੀ ਪਈ ਆ? ਨੌਰਥ ਐਂਡ ਵੈਸਟ ਬਣਦੀ ਪਈ ਆ। ਆਪਸ਼ਨ ਦੇ ਵਿੱਚ ਦੇਖੋ ਤਾਂ ਇਕੱਲੀ ਨੌਰਥ ਵੈਸਟ ਹੈਗੀ ਕਿਤੇ ਆਪਸ਼ਨ? ਹਾਂਜੀ, ਇਹ ਹੈਗੀ ਨੌਰਥ ਈਸਟ, ਇਹ ਵੀ ਨਹੀਂ ਹੈ, ਇਕੱਲੀ ਨੌਰਥ ਹੈ, ਇਕੱਲੀ ਵੈਸਟ ਹੈ। ਆਪਸ਼ਨ ਨੰਬਰ ਏ ਦੇਖੋ, ਡਾਇਰੈਕਟਲੀ ਡਿਸਟੈਂਸ ਕੈਲਕੂਲੇਟ ਕੀਤੇ ਸੀ, ਡਾਇਰੈਕਸ਼ਨ ਤੋਂ ਹੀ ਇਹਦਾ ਆਨਸਰ ਫਾਈਂਡ ਆਊਟ ਕਰ ਲਿਆ। ਸੋ ਇਸ ਤਰ੍ਹਾਂ ਜੇ ਡਿਸਟੈਂਸ ਅਤੇ ਡਾਇਰੈਕਸ਼ਨ ਦੋਨੋਂ ਚੀਜ਼ਾਂ ਦਿੱਤੀਆਂ ਹੋਣਗੀਆਂ, ਉਹਦੇ ਵਿੱਚ ਤੁਸੀਂ ਪਹਿਲਾਂ ਡਾਇਰੈਕਸ਼ਨ ਚੈੱਕ ਕਰ ਲਓ। ਡਾਇਰੈਕਸ਼ਨ ਤੁਹਾਨੂੰ ਪਤਾ ਚੱਲ ਗਈ ਤਾਂ ਡਿਸਟੈਂਸ ਬਾਅਦ ਵਿੱਚ ਦੀ ਗੱਲ ਹੈ। ਡਾਇਰੈਕਸ਼ਨ ਤੋਂ ਹੀ ਸਾਨੂੰ ਪਤਾ ਚੱਲ ਗਿਆ ਕਿ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਸੋ ਨੌਰਥ ਵੈਸਟ ਡਾਇਰੈਕਸ਼ਨ ਹੈ ਅਤੇ ਉਸ ਤੋਂ ਬਾਅਦ ਡਿਸਟੈਂਸ ਕੈਲਕੂਲੇਟ ਕਰਨਾ ਸੀ। ਡਿਸਟੈਂਸ ਕੈਲਕੂਲੇਟ ਕਰਨ ਦੀ ਜ਼ਰੂਰਤ ਹੀ ਨਹੀਂ ਪਈ। ਵੈਸੇ ਡਿਸਟੈਂਸ ਕਿੱਦਾਂ ਕੈਲਕੂਲੇਟ ਕਰਨਾ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਹ ਵਾਲਾ ਡਿਸਟੈਂਸ ਕਿੰਨਾ ਸੀ ਬੇਟਾ? 25 ਸੀ। ਇਹ ਵਾਲਾ ਡਿਸਟੈਂਸ ਦੇਖੋ ਇੱਥੇ 15 ਸੀ, ਇਹ 15 ਬਣ ਗਿਆ। ਟੋਟਲ ਕਿੰਨਾ ਬਣ ਗਿਆ? 25 ਪਲੱਸ 15, ਇਹ ਬਣ ਜਾਣਾ ਸੀਗਾ 40 ਮੀਟਰ। ਇਹ ਡਿਸਟੈਂਸ ਆਉਣਾ ਸੀ ਤੁਹਾਡੇ ਕੋਲ 40 ਮੀਟਰ। ਉਸ ਤੋਂ ਬਾਅਦ ਇਹ ਵਾਲਾ ਡਿਸਟੈਂਸ ਕਿੰਨਾ ਸੀ? 30 ਮੀਟਰ। ਸਾਈਡਸ ਕਿਹੜੀਆਂ ਕਿਹੜੀਆਂ ਬਣ ਗਈਆਂ ਸੀਗੀਆਂ? 40 ਸੀ, 30 ਸੀ ਅਤੇ ਥਰਡ ਸਾਈਡ ਤੁਸੀਂ ਫਾਈਂਡ ਆਊਟ ਕਰਨੀ ਸੀ। ਇਹਦਾ ਸਕੇਅਰ ਕਿੰਨਾ ਹੁੰਦਾ? 1600। ਇਹਦਾ ਸਿੱਧਾ ਬਣਦਾ ਹੈ 900 ਅਤੇ ਇਹਨਾਂ ਨੂੰ ਤੁਸੀਂ ਸਮ ਕਰੋਗੇ ਜਦੋਂ ਅਤੇ ਉਹਦਾ ਸਕੇਅਰ ਆਊਟ ਕਰੋਗੇ ਅਤੇ ਬਣਨਾ ਸੀ 2500। 25 ਦਾ ਮਤਲਬ ਇਹਦਾ ਕਿੰਨਾ ਹੁੰਦਾ ਵਾ? √50। ਤਾਂ ਸਿੱਧਾ ਹੀ ਆਨਸਰ ਤੁਹਾਡੇ ਕੋਲ ਬਣਨਾ ਸੀ 50 ਮੀਟਰ। ਦੇਖੋ ਬਿਨਾਂ ਸੋਲਵ ਕੀਤੇ ਅਸੀਂ ਪਹਿਲਾਂ ਹੀ ਆਨਸਰ ਦੱਸਤਾ। ਸੋ ਇਸ ਤਰ੍ਹਾਂ ਤੁਸੀਂ ਆਪਣੀ ਕਾਮਨ ਸੈਂਸ ਜਿਹੜੀ ਹੈ ਥੋੜ੍ਹੀ ਜਿਹੀ ਯੂਜ਼ ਕਰਨੀ ਹੈ ਕਿ ਜਿੱਥੇ ਟਾਈਮ ਸੇਵ ਹੁੰਦਾ ਉੱਥੇ ਟਾਈਮ ਨੂੰ ਸੇਵ ਕਰਨਾ। ਉੱਥੇ ਇਹ ਨਹੀਂ ਚੈੱਕ ਕਰਨਾ, ਕ੍ਰੋਸ ਚੈੱਕ ਨਹੀਂ ਕਰਨਾ ਕਿ ਇਹ ਆਨਸਰ 50 ਬਣ ਰਿਹਾ ਕਿ ਨਹੀਂ। ਬਸ ਸਾਨੂੰ ਡਾਇਰੈਕਸ਼ਨ ਪਤਾ ਚੱਲ ਗਈ। ਆਪਸ਼ਨ ਦੇ ਵਿੱਚ ਇੱਕ ਹੀ ਸੀ ਇਹ ਨੌਰਥ ਵੈਸਟ। ਸੋ ਉੱਤੇ ਟਿਕ ਲਗਾਓ ਅਤੇ ਨੈਕਸਟ ਕੁਐਸਚਨ 'ਤੇ ਮੂਵ ਕਰੋ। ਹਾਂਜੀ, ਇੰਟਰਸਟਿੰਗ ਕੁਐਸਚਨ। ਇਹਦੇ ਵਾਸਤੇ ਪਹਿਲਾਂ ਡਾਇਰੈਕਸ਼ਨਸ ਬਣਾ ਲੈਂਦੇ ਹਾਂ ਅਸੀਂ, ਜੋ ਕਿ ਤੁਸੀਂ ਵੀ ਬੇਟਾ ਰਫਲੀ ਫਟਾਫਟ ਬਣਾਉਣੀ ਹੈ। ਪੇਪਰ 'ਚ ਸਪੀਡ ਨਹੀਂ ਘਟਾਉਣੀ ਆਪਣੀ। ਮੈਂ ਤੁਹਾਨੂੰ ਸਮਝਾਉਣ ਵਾਸਤੇ ਥੋੜ੍ਹਾ ਸਲੋ ਦੱਸ ਰਹੀ ਹਾਂ, ਬਟ ਤੁਸੀਂ ਬਿਲਕੁਲ ਸਪੀਡ ਨਾਲ ਕੰਮ ਕਰਨਾ ਹੈ ਔਰ ਬਿਨਾਂ ਕਿਸੇ ਐਰਰ ਤੋਂ। ਹਾਂਜੀ, ਕੁਐਸਚਨ ਕੀ ਆ? ਏ ਪਰਸਨ ਇਜ਼ ਫੇਸਿੰਗ ਨੌਰਥ ਵੈਸਟ। ਫੇਸ ਕਿਸ ਸਾਈਡ 'ਤੇ ਹੈ? ਨੌਰਥ ਵੈਸਟ ਪਹਿਲਾਂ ਹੀ ਬੋਲਤਾ ਹੋਇਆ ਇਹਨਾਂ ਨੇ। ਨੌਰਥ ਵੈਸਟ ਦੇਖੋ ਸਬੋਰਡੀਨੇਟ ਡਾਇਰੈਕਸ਼ਨ ਹੈ। ਇਸ ਡਾਇਰੈਕਸ਼ਨ ਦੇ ਵਿੱਚ ਇਹਦਾ ਫੇਸ ਹੈ ਨੌਰਥ ਵੈਸਟ। ਹੀ ਟਰਨਸ 90 ਡਿਗਰੀ ਇਨ ਦਾ ਕਲੌਕਵਾਈਜ਼ ਡਾਇਰੈਕਸ਼ਨ।
देखो 90 डिग्री बेटा सबॉर्ਡੀਨੇਟ डायरैक्शन ਜਿਹੜੀ ਹੁੰਦੀ ਹੈ ਨਾ ਆਪਸ ਦੇ ਵਿੱਚ ਕਿੰਨੇ ਡਿਗਰੀ ਦਾ ਐਂਗਲ ਹੁੰਦਾ 90 डिग्री ਦਾ। ਇਹਦਾ ਮਤਲਬ ਕੀ ਹੋ ਗਿਆ ਹੀ ਟਰਨਸ 90 डिग्री ਇਨ ਕਲੌਕਵਾਈਜ਼। ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਕਲੌਕਵਾਈਜ਼ ਡਾਇਰੈਕਸ਼ਨ ਬਾਰੇ ਪਤਾ ਹੋਣਾ ਚਾਹੀਦਾ। ਘੜੀ ਦੀਆਂ ਸੂਈਆਂ ਦੇਖੋ ਇਹਦਾ ਟਿਕ ਟਿਕ ਕਰਦੀਆਂ ਇਸ ਸਾਈਡ 'ਤੇ ਘੁੰਮਦੀ ਆ, ਇਹਦਾ ਮਤਲਬ ਇਹ ਵਾਲੀ ਡਾਇਰੈਕਸ਼ਨ ਕਿਹੜੀ ਹੋਊਗੀ ਤੁਹਾਡੇ ਕੋਲ ਕਲੌਕਵਾਈਜ਼। ਕਲੌਕਵਾਈਜ਼ ਡਾਇਰੈਕਸ਼ਨ ਹੋ ਗਈ। ਨੌਰਥ ਵੈਸਟ ਤੋਂ ਸਟਾਰਟ ਹੋਇਆ ਸੀ 90 डिग्री ਟਰਨ ਕੀਤਾ, ਇਹਦਾ ਮਤਲਬ ਕਿਹੜੀ ਡਾਇਰੈਕਸ਼ਨ 'ਤੇ ਆ ਗਿਆ ਨੌਰਥ ਈਸਟ ਡਾਇਰੈਕਸ਼ਨ 'ਤੇ ਆ ਗਿਆ। ਤੇ ਕਿਹੜੀ ਡਾਇਰੈਕਸ਼ਨ 'ਤੇ ਗਏ ਸੀ ਕਲੌਕਵਾਈਜ਼ ਡਾਇਰੈਕਸ਼ਨ 'ਤੇ। ਉਸ ਤੋਂ ਬਾਅਦ ਕੀ ਕਹਿੰਦਾ ਐਂਡ ਦੈਨ ਟਰਨਸ 180 ਐਂਟੀ ਕਲੌਕਵਾਈਜ਼ ਡਾਇਰੈਕਸ਼ਨ 180। ਹੁਣ ਇਹ ਵਾਲਾ ਐਂਗਲ 90 ਦਾ ਆ, 180 ਲਈ ਤੁਹਾਨੂੰ ਪਤਾ ਬੇਟਾ ਸਟ੍ਰੇਟ ਲਾਈਨ ਹੁੰਦਾ ਇਹਦਾ ਮਤਲਬ ਸਟ੍ਰੇਟ ਲਾਈਨ 'ਤੇ ਇਹ ਵਾਲਾ ਐਂਗਲ ਬਣਨਾ, ਦੇਖੋ ਆਹ ਵਾਲੀ ਐਂਗਲ ਬਣਨਾ 180 ਦਾ। ਅਤੇ ਇਹ ਵਾਲੀ ਡਾਇਰੈਕਸ਼ਨ ਕਿਹੜੀ ਹੋਗੀ ਤੁਹਾਡੇ ਕੋਲ ਸਾਊਥ ਵੈਸਟ। ਅਤੇ ਇੱਥੋਂ ਇਹ ਐਂਟੀ ਕਲੌਕਵਾਈਜ਼ ਘੁੰਮ ਗਿਆ। ਐਂਟੀ ਕਲੌਕਵਾਈਜ਼ ਘੁੰਮਣ ਦਾ ਮਤਲਬ ਕੀ ਆ ਇਸ ਸਾਈਡ ਤੋਂ ਇਹ ਇਸ ਸਾਈਡ 'ਤੇ ਆ ਗਿਆ, ਇਹ ਰਿਹਾ ਦਾ ਐਂਟੀ ਕਲੌਕਵਾਈਜ਼। 180 डिग्री ਦਾ ਐਂਗਲ ਬਣ ਗਿਆ, ਇਸ ਡਾਇਰੈਕਸ਼ਨ 'ਤੇ ਆ ਗਿਆ। ਹੁਣ ਐਟ ਪ੍ਰੈਜ਼ੈਂਟ ਇਹ ਕਿਸ ਡਾਇਰੈਕਸ਼ਨ 'ਤੇ ਹੈ ਸਾਊਥ ਵੈਸਟ ਡਾਇਰੈਕਸ਼ਨ 'ਤੇ ਚਲਾ ਗਿਆ। ਠੀਕ ਹੈ, ਕੁਐਸਚਨ ਦੇ ਅਕੋਰਡਿੰਗ ਜੋ ਸੀ ਉਹ ਅਸੀਂ ਇੱਥੇ ਡਰਾਅ ਕਰ ਲਿਆ, ਸਾਨੂੰ ਉਹਦੀ ਪ੍ਰੈਜ਼ੈਂਟ ਪੋਜੀਸ਼ਨ ਜੋ ਪਤਾ ਚੱਲ ਚੁੱਕੀ ਹੈ। ਐਂਡ ਨਾਓ ਟਰਨਸ 90 डिग्री ਇਨ ਦਾ ਸੇਮ ਡਾਇਰੈਕਸ਼ਨ। ਸੇਮ ਡਾਇਰੈਕਸ਼ਨ ਦਾ ਮਤਲਬ ਕੀ ਹੋ ਗਿਆ ਐਂਟੀ ਕਲੌਕਵਾਈਜ਼ ਘੁੰਮ ਰਿਹਾ ਸੀ, ਸੇਮ ਡਾਇਰੈਕਸ਼ਨ ਉਹਨੇ ਆਪਣੀ ਮੇਨਟੇਨ ਰੱਖੀ ਹੈ ਅਤੇ ਉਸੇ ਡਾਇਰੈਕਸ਼ਨ ਦੇ ਵਿੱਚ ਕਿੰਨਾ ਅੱਗੇ ਗਿਆ ਹੋਇਆ 90 डिग्री। 90 डिग्री ਦਾ ਮਤਲਬ ਕੀ ਹੋ ਗਿਆ ਨੈਕਸਟ ਇਹ ਵਾਲੀ सबऑर्डिनेट ਡਾਇਰੈਕਸ਼ਨ ਆ ਜਾਏਗੀ। ਇਹਦੇ ਵਿੱਚ ਦੇਖੋ ਕਿੰਨਾ ਐਂਗਲ ਹੈ 90 डिग्री ਦਾ, ਅਤੇ ਇਹ ਡਾਇਰੈਕਸ਼ਨ ਹੈ ਜੋ ਕਿਹੜੀ ਹੈ ਸਾਊਥ ਈਸਟ। ਉਸ ਤੋਂ ਬਾਅਦ ਇਹ ਫਿਰ ਤੋਂ ਐਂਟੀ ਕਲੌਕਵਾਈਜ਼ ਹੀ ਗਿਆ ਅਤੇ ਇਸ ਡਾਇਰੈਕਸ਼ਨ ਦੇ ਵਿੱਚ ਚਲਾ ਗਿਆ। ਹੁਣ ਇਹਨਾਂ ਨੇ ਪੁੱਛਿਆ ਹੋਇਆ ਇਨ ਵਿਚ ਡਾਇਰੈਕਸ਼ਨ ਇਜ਼ ਹੀ ਫੇਸਿੰਗ ਨਾਓ। ਕਿਹੜੀ ਡਾਇਰੈਕਸ਼ਨ ਹੈ ਬੇਟਾ ਤੁਸੀਂ ਖੁਦ ਦੇਖੋ ਕਿਹੜੀ ਡਾਇਰੈਕਸ਼ਨ ਬਣਦੀ ਪਈ ਦੀ ਸਾਊਥ ਈਸਟ। ਸਾਊਥ ਈਸਟ ਕਿਹੜੀ ਆਪਸ਼ਨ ਹੈ ਆਪਸ਼ਨ ਥਰਡ। ਠੀਕ ਹੈ, ਫਸਟ ਸੈਕਿੰਡ ਐਂਡ ਥਰਡ ਸਾਊਥ ਈਸਟ ਡਾਇਰੈਕਸ਼ਨ ਦੇ ਵਿੱਚ ਇਹ ਗਿਆ। ਸੋ ਇਹਦੇ ਵਿੱਚ ਬੇਟਾ ਬਸ ਕਨਫਿਊਜ਼ਨ ਨਹੀਂ ਕਰਨੀ। ਐਂਗਲ ਜਿਹੜੇ ਹੈ 90 डिग्री ਕਿੱਥੇ ਬਣਦਾ 180 ਕਿੱਥੇ ਬਣਦਾ ਹੈ, ਅਤੇ ਆਹ ਵਾਲੀ ਤੁਸੀਂ ਜਿਹੜੀ ਡਾਇਰੈਕਸ਼ਨ ਲਿਖੀ ਹੋਈ ਹੈ ਇਹ ਸਾਰੀ ਦੀ ਸਾਰੀ ਠੀਕ ਲਿਖੀ ਹੋਣੀ ਚਾਹੀਦੀ ਆ, ਫਿਰ ਹੀ ਕੁਐਸਚਨ ਠੀਕ ਹੋਏਗਾ, ਅਦਰਵਾਈਜ਼ ਕੁਐਸਚਨ ਦੇ ਵਿੱਚ ਮਿਸਟੇਕ ਹੋਣ ਦੇ ਚਾਂਸਿਸ ਹੋਣਗੇ। ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਆਹ ਚੀਜ਼ ਤੁਹਾਨੂੰ ਕਲੀਅਰ ਹੈ ਬੇਟਾ, ਅੱਧਾ ਕੁਐਸਚਨ ਤਾਂ ਇੱਦਾਂ ਸੋਲਵ ਹੋ ਗਿਆ। ਇਹ ਮੈਨ ਫੇਸਿੰਗ ਈਸਟ ਇਸ ਸਾਈਡ ਦੇ ਦਾ ਫੇਸ ਹੈ, ਰੋਟੇਟਸ ਇਨ ਕਲੌਕਵਾਈਜ਼ ਡਾਇਰੈਕਸ਼ਨ। ਇੱਥੋਂ ਕਲੌਕਵਾਈਜ਼ ਜਾ ਰਿਹਾ, ਕਲੌਕਵਾਈਜ਼ ਮਤਲਬ ਇਹ ਸਾਈਡ, ਇੱਥੋਂ ਇਹ ਜਾ ਰਿਹਾ ਕਲੌਕਵਾਈਜ਼ ਕਿੰਨੇ ਐਂਗਲ 'ਤੇ 45। ਹੁਣ ਜੇ ਆਹ ਵਾਲਾ ਐਂਗਲ 90 ਹੈ ਅਤੇ ਇਹਦਾ ਜੋ ਹਾਫ ਹੋਏਗਾ ਜੋ ਕਿ सबऑर्डिनेट ਡਾਇਰੈਕਸ਼ਨ ਹੋਏਗੀ, ਕਿਹੜੀ ਡਾਇਰੈਕਸ਼ਨ ਹੈ ਸਾਊਥ ਈਸਟ, ਉੱਥੋਂ ਇਹ 45 डिग्री 'ਤੇ ਚਲਾ ਗਿਆ। ਠੀਕ ਹੈ, ਡਾਇਰੈਕਸ਼ਨ ਕਿਹੜੀ ਹੈ ਆ ਕਲੌਕਵਾਈਜ਼ ਰਹੀ। ਇਹ ਹੋ ਗਿਆ ਦਾ ਫਸਟ ਸਟੈਪ। rotates in a clockwise direction 45 degree and then anti-clockwise 270 degree। ਹੁਣ 270 ਇੱਥੋਂ ਹੁਣ ਐਂਟੀ ਕਲੌਕਵਾਈਜ਼ ਗਿਆ, ਕਲੌਕਵਾਈਜ਼ ਮਤਲਬ ਇਸ ਸਾਈਡ 'ਤੇ ਨਹੀਂ ਜਾਣਾ, ਵਾਪਸ ਫਿਰ ਤੋਂ ਕਿੱਥੇ ਗਿਆ ਇਹ ਐਂਟੀ ਕਲੌਕਵਾਈਜ਼ ਡਾਇਰੈਕਸ਼ਨ 'ਤੇ ਜਾ ਰਿਹਾ। ਐਂਟੀ ਕਲੌਕਵਾਈਜ਼ ਕਿੰਨੀ ਡਿਗਰੀ 'ਤੇ 270 डिग्री 'ਤੇ। 270 ਦਾ ਮਤਲਬ 90 ਕਿੰਨੀ ਵਾਰੀ ਆ ਗਿਆ 3 ਵਾਰੀ 90 डिग्री ਦਾ ਐਂਗਲ ਬਣਨਾ। ਇੱਕ ਵਾਰੀ ਇਹ ਬਣ ਗਿਆ, ਇੱਕ ਵਾਰੀ ਇਹ ਬਣ ਗਿਆ, ਇੱਕ ਵਾਰੀ ਇਹ ਬਣ ਗਿਆ। ਇਹਦਾ ਮਤਲਬ ਕਿੱਥੇ ਆ ਗਈ ਇਹਦੀ ਡਾਇਰੈਕਸ਼ਨ ਇਸ ਡਾਇਰੈਕਸ਼ਨ ਦੇ ਵਿੱਚ ਆ ਗਈ। ਅਤੇ ਇਹ ਵਾਲਾ ਜੋ ਐਂਗਲ ਹੈ ਪੂਰਾ ਇਹ ਵਾਲਾ ਐਂਗਲ ਕਿੰਨੇ ਦਾ ਬਣ ਰਿਹਾ ਹੈ 270 ਦਾ। 270 ਦਾ ਕਿਸ ਤਰ੍ਹਾਂ ਬਣਿਆ ਬੇਟਾ ਦੇਖ ਲਓ, ਆਹ ਵਾਲਾ ਐਂਗਲ ਅਤੇ ਇਹਦੀ ਜਿਹੜੀ ਇਹ ਵਾਲੀ सबऑर्डिनेट ਡਾਇਰੈਕਸ਼ਨ ਹੋਏਗੀ ਇਹਦਾ 90, ਇੱਥੋਂ ਤੋਂ ਇੱਥੇ ਤੱਕ ਕਿੰਨਾ ਬਣੇਗਾ 180, ਅੱਗੇ ਫਰਦਰ 90 ਹੈ 180 + 90 ਕਿੰਨਾ ਬਣ ਗਿਆ 270। ਸੋ ਇਸ ਤਰ੍ਹਾਂ ਹੀ ਬਣ ਗਈ ਡਾਇਰੈਕਸ਼ਨ ਜੋ 270 ਦੀ ਐਂਗਲ ਅਤੇ ਫਿਰ ਇਹ ਕਿਹੜੀ ਡਾਇਰੈਕਸ਼ਨ 'ਤੇ ਪਹੁੰਚ ਗਿਆ ਇਹ ਸਾਊਥ ਵੈਸਟ ਡਾਇਰੈਕਸ਼ਨ 'ਤੇ ਪਹੁੰਚ ਗਿਆ ਇਹ। ਹੁਣ ਇਹ ਸੀ ਇਹਦਾ ਸੈਕਿੰਡ ਪੁਆਇੰਟ, ਸੈਕਿੰਡ ਨੰਬਰ 'ਤੇ ਇੱਥੇ ਪਹੁੰਚ ਗਿਆ ਇਹ। ਐਂਟੀ ਕਲੌਕਵਾਈਜ਼ 270 डिग्री ਦੈਨ ਕਲੌਕਵਾਈਜ਼ 180 डिग्री। ਹੁਣ ਫਿਰ ਤੋਂ ਕਿੱਥੇ ਗਿਆ ਇਹ ਕਲੌਕਵਾਈਜ਼ ਜਾ ਰਿਹਾ। ਕਲੌਕ ਕਿਸ ਤਰ੍ਹਾਂ ਹੁੰਦਾ ਹੈ ਇਹ ਐਂਟੀ ਕਲੌਕਵਾਈਜ਼ ਹੈ, ਕਲੌਕ ਕਿਸ ਤਰ੍ਹਾਂ ਘੁੰਮਦਾ ਇਸ ਤਰ੍ਹਾਂ ਘੁੰਮਦਾ। ਇਹਦਾ ਮਤਲਬ ਇੱਥੋਂ 180 डिग्री ਫਿਰ ਤੋਂ ਵਾਪਸ ਜਾ ਰਿਹਾ, ਅਤੇ ਇੱਥੋਂ 180 ਦੇਖੋ ਕਿਹੜਾ ਬੇਟਾ ਇਹਨੂੰ ਅੱਗੇ ਅਸੀਂ ਮੂਵ ਕਰਾਂਗੇ ਅਤੇ 180 ਇਹ ਵਾਲਾ ਐਂਗਲ ਬਣਦਾ। ਇਹਦਾ ਮਤਲਬ 180 ਜਿਹੜਾ ਜਾਏਗਾ ਉਹ ਇੱਥੇ ਤੱਕ ਪਹੁੰਚੇਗਾ। ਅਤੇ ਇਹ ਵਾਲੀ ਜਿਹੜੀ ਹੈ ਡਾਇਰੈਕਸ਼ਨ ਇਹ ਕਿਹੜੀ ਡਾਇਰੈਕਸ਼ਨ ਹੈ ਜੇ ਦੇਖੋ ਤਾਂ ਤੁਸੀਂ ਇਹ ਹੈ ਨਾਰਥ ਈਸਟ ਡਾਇਰੈਕਸ਼ਨ। ਇਹ ਬਣ ਗਈ ਦੀ ਨਾਰਥ ਈਸਟ ਡਾਇਰੈਕਸ਼ਨ। ਫਿਰ ਇਹਨਾਂ ਨੇ ਹੀ ਪੁੱਛਿਆ ਦੈਨ ਕਲੌਕਵਾਈਜ਼ 180 डिग्री ਵਿਚ ਡਾਇਰੈਕਸ਼ਨ ਇਜ਼ ਹੀ ਫੇਸਿੰਗ ਨਾਓ।
सो इस तरह देखो कन्फ्यूज़ किया होया कि 182 70 क्लॉकवाइज एंटी क्लॉकवाइज, इत्थे तुसी कन्फ्यूज़ नहीं होना, बस तुसी ये याद रखना कि क्लॉकवाइज डायरैक्शन किहड़ी हुंदी है, ये क्लॉकवाइज हो गई। ठीक है, तो प्रेजेंट पोजीशन किहड़ी सी इहदी, नॉर्थ ईस्ट है ऑप्शन, हाँ जी सी ऑप्शन। सो ए वाली ऑप्शन जो है इहदा सही आंसर है। होप सो बेटा सब नूं क्लीयर हो गया होवेगा। इस क्वेश्चन की हर एक क्वेश्चन दे विच तुसीं इदां ही करना है, नॉर्थ साउथ ईस्ट वैस्ट हुण तक तुहानूं याद हो गई होणियां चाहीदियां। ए वॉक्स 5 मीटर टूवर्ड्स ईस्ट वाल चला गया कितना 5 मीटर, एंड टर्न्स साउथ एंड वॉक 10 मीटर, साउथ वाल चला गया किन्ने मीटर, इत्थे आ गया ये 10 मीटर। दैन टर्न्स बैक एंड वॉक्स 20 मीटर, इत्थों वापस गया किन्ने 20 मीटर, इत्थों वापस जाऊगा 10 इत्थे चला गया, तो 10 ही उपर होगा इहदा। ठीक है 10 ही उपर चला गया, तो टोटल जो डिस्टेंस है देखो 10 + 10 कितना बन गया 20 मीटर। नाउ ही टर्न्स लैफ्ट एंड वॉक 5 मीटर, किहड़ी डायरैक्शन दे विच, इस डायरैक्शन दे विच आ, लैफ्ट जिहड़ी इहदी देखो ये वाली डायरैक्शन है, लैफ्ट डायरैक्शन दे विच किन्ने मीटर गया ये 5 मीटर गया, इत्थे तक ये चला गया 5 मीटर। वेयर इज़ ही फ्रॉम द स्टार्टिंग पॉइंट तो ये कित्थे आ, एंड इन विच डायरैक्शन, किस डायरैक्शन दे विच वो भी असीं देखना, इत्थे आ ये इस टाइम ते हुण कित्थों देखना है आपां, स्टार्टिंग पॉइंट तो क्या होया बेटा देखो, तो कन्फ्यूज़ नहीं होना। स्टार्टिंग पॉइंट तो कितने, स्टार्टिंग पॉइंट ये है, स्टार्टिंग पॉइंट तो किहड़ी डायरैक्शन बनती पई, कित्थे इत्थे है, तो किहड़ी डायरैक्शन बनती पई ये, नॉर्थ डायरैक्शन बनती पई कल्ली, इहदा मतलब आ ते ऑप्शन दोनों कैंसल आउट हो गईयां। हुण इन्हां दे विचों दोनों चों आंसर आ, स्टार्टिंग पॉइंट तो डिस्टेंस कितना बेटा, डिस्टेंस देखो कितना दा 10 मीटर, तो 10 मीटर वाली ऑप्शन की है नॉर्थ, 10 मीटर ड्यू नॉर्थ, इहदे विच आंदा है बी ऑप्शन दे विच। सो इस तरह जो बी ऑप्शन है वो राइट आंसर होएगा इहदा। इहदे विच डायरैक्शनस बना लियां। अभिजोत वॉक 6 किलोमीटर टू द वैस्ट वाली साइड से 6 किलोमीटर है, ये मान लें डिस्टेंस इहदा कितना 6 किलोमीटर आ गया। दैन ही टर्नस टू हिज राइट एंड मूव्स 8 किलोमीटर, राइट इहदा किहड़ा हो गया हुण, राइट हो गया उपर वाल कितना डिस्टेंस इन्हें कितना कवर किया है 8, सो आ डिस्टेंस कितना आ गया इहदा 8 किलोमीटर। दैन ही टर्नस टू हिज लैफ्ट एंड मूव्स 9 किलोमीटर, लैफ्ट किहड़ा हो गया हुण इहदा जिहड़ा तुहाडा लैफ्ट है, तुहाडा लैफ्ट ए वाला आ, तो इस लैफ्ट ते कितना ही चला गया 9 किलोमीटर गया, इधर चला गया ये 9 किलोमीटर। दैन टर्नस टू राइट, हुण इत्थे चला गया तो राइट फिर की आ, ए वाली साइड है राइट, इस राइट के उपर ये कितना गया 12 किलोमीटर, इत्थे ये आ गया 12 किलोमीटर दे। नाउ इन विच डायरैक्शन इज़ ही फ्रॉम हिज स्टार्टिंग पॉइंट एंड हाउ फार, फिर तो बेटा देख लो की पूछा होया, इन विच डायरैक्शन की गल की है फिर तो डायरैक्शन देख लो कि बनती पे दी नॉर्थ ईस्ट बनती पई आ, तो नॉर्थ ईस्ट वाली कि डायरैक्शन है दी ऑप्शन नंबर, सॉरी डायरैक्शन यदि कि बनती पई आ नॉर्थ वैस्ट, देखो ये डायरैक्शन रही है, तो ये कि डायरैक्शन यदि नॉर्थ वैस्ट, सीधे देख लो कि ऑप्शन बनती पई नॉर्थ वैस्ट वाली, ऑप्शन नंबर सी। कैलकुलेट करने की जरूरत नहीं है, जो कैलकुलेट करना पे बेटा सेम क्वेश्चन इदा का हुणी पिछे मैं सॉल्व किया जिहदे दस्सिया सी टोटल डिस्टेंस कितना बनता 12 + 8 एंड ये बनता 9 + 6, ये बनना सी 20, ये डिस्टेंस ये बनना सी 20, तो ये बनना सीगा 15, क्यों क्योंकि ये वाला डिस्टेंस कितना 9 + 6 आ गया 15, 20 एंड 15, तुसी डिस्टेंस भी तुसी फाइंड आउट करोगे तो वो तुहाडे कोल कितना बनना 25 बनेगा। अदरवाइज 3 4 5 पाइथागोरन ट्रिपलेट तो है ही, उस तो तुसी किहड़े साइड्स बनदियां 20, 3 नूं असीं किन्ने नाल मल्टीप्लाई करिए, एक 20 एक 15 आ,
3 इंटू 5 ये बन जाना 15, 4 इंटू 5 बन गया 20 एंड 5 इंटू 5 25। सो 25 इस तरह भी आ गया। सो ईजी क्वेश्चनस। सो नैक्सट क्वेश्चन बेटा दोनों ਕੰਟੀਨਿਊਟੀ ਦੇ ਵਿੱਚ ਹੀ ਹੈ, 2012 ਦੇ ਵਿੱਚ ਆਏ ਹੋਏ ਇਹ ਪੇਪਰ 'ਚ। ਇਹਦੇ ਵਾਸਤੇ ਵੀ ਸਟਾਰਟ ਕਰਦੇ ਹਾਂ ਅਸੀਂ ਕੁਐਸਚਨ ਨੂੰ। ਈਸਟ ਵੈਸਟ। ਅਨੁਪਮਾ ਸਟਾਰਟਿਡ ਫਰੋਮ ਪੁਆਇੰਟ ਏ, ਇੱਥੋਂ ਸਟਾਰਟ ਕੀਤਾ, ਇਹਨੂੰ ਆਪਾਂ ਨਾਮ ਰੱਖ ਲੈਂਦੇ ਹਾਂ ਏ ਪੁਆਇੰਟ। ਵੌਕਡ 7 ਕਿਲੋਮੀਟਰ ਟੂਵਰਡਸ ਦ ਵੈਸਟ, ਵੈਸਟ ਇਹ ਸਾਈਡ ਹੈ। ਕਿੰਨੇ ਕਿਲੋਮੀਟਰ ਚਲੀ ਗਈ ਇਹ 7 ਕਿਲੋਮੀਟਰ, ਆ ਬਣ ਗਿਆ ਇਹਦਾ 7 ਕਿਲੋਮੀਟਰ। ਹੁਣ ਇੱਥੇ ਆ ਗਿਆ ਇਹਦਾ ਫੇਸ ਵੈਸਟ ਵਾਲੀ ਸਾਈਡ 'ਤੇ। ਟੁਕ ਏ ਲੈਫਟ ਟਰਨ, ਲੈਫਟ ਹੁਣ ਇਹਦਾ ਕਿਹੜਾ ਹੋ ਗਿਆ ਬੇਟਾ, ਹੁਣ ਤਾਂ ਤੁਹਾਨੂੰ ਬਿਲਕੁਲ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਲੈਫਟ ਐਂਡ ਰਾਈਟ ਦੀ। ਜੋ ਤੁਹਾਡਾ ਰਾਈਟ ਹੈ ਇਹ ਰਾਈਟ ਹੈ, ਇਹਦਾ ਇਹ ਲੈਫਟ ਹੈ। ਲੈਫਟ ਤੋਂ ਕਿੰਨਾ ਕੀਤਾ ਇਹਨੇ 2 ਮੀਟਰ ਦਾ ਡਿਸਟੈਂਸ ਕਵਰ ਕੀਤਾ, ਇਹਦਾ ਮਤਲਬ ਨੀਚੇ ਨੂੰ ਆ ਗਈ ਕਿੰਨਾ 2 ਮੀਟਰ। ਐਂਡ ਰੀਚਡ ਪੁਆਇੰਟ ਸੀ, 2 ਮੀਟਰ ਆਉਣ ਤੋਂ ਬਾਅਦ ਕਿਸ ਪੁਆਇੰਟ 'ਤੇ ਪਹੁੰਚ ਗਈ ਹੈ ਸੀ ਪੁਆਇੰਟ 'ਤੇ, ਏਰੀਆ ਦਾ ਪੁਆਇੰਟ ਸੀ। ਸ਼ੀ ਦੈਨ ਟੁਕ ਏ ਰਾਈਟ ਟਰਨ, ਸੀ ਤੋਂ ਬਾਅਦ ਕੀ ਕੀਤਾ ਨੇ ਰਾਈਟ ਟਰਨ ਲਿਆ। ਹੁਣ ਇਹ ਸਾਊਥ ਡਾਇਰੈਕਸ਼ਨ ਹੈ, ਰਾਈਟ ਮਤਲਬ ਇਸ ਸਾਈਡ 'ਤੇ, ਜੋ ਤੁਹਾਡਾ ਲੈਫਟ ਉਹਦਾ ਰਾਈਟ ਬਣਨਾ। ਇਸ ਡਾਇਰੈਕਸ਼ਨ ਦੇ ਉੱਪਰ ਚੱਲੀ ਇਹ ਅਤੇ ਇਹ ਡਾਇਰੈਕਸ਼ਨ ਦੇ ਉੱਪਰ ਗਈ, ਅਤੇ ਕਿੰਨਾ ਡਿਸਟੈਂਸ ਇਹਨੇ ਕਵਰ ਕੀਤਾ 4 ਮੀਟਰ। 4 ਮੀਟਰ ਕਵਰ ਕੀਤਾ, ਅਤੇ ਇਸ ਪੁਆਇੰਟ ਦਾ ਨਾਮ ਕੀ ਹੈ ਡੀ। 4 ਮੀਟਰ ਸੀ ਤੋਂ ਡੀ ਤੱਕ ਚਲੇ ਗਈ। ਸ਼ੀ ਦੈਨ ਟੁਕ ਏ ਰਾਈਟ ਟਰਨ, ਫਿਰ ਤੋਂ ਰਾਈਟ ਟਰਨ ਲਿਆ। ਰਾਈਟ ਟਰਨ ਹੁਣ ਤੁਹਾਨੂੰ ਪਤਾ ਕਿਹੜਾ ਉੱਪਰ ਵਾਲੀ ਸਾਈਡ 'ਤੇ ਹੋਣਾ। ਐਂਡ ਵੌਕਡ 2 ਮੀਟਰ, ਕਿੰਨੇ ਮੀਟਰ ਗਈ ਹੈ 2 ਮੀਟਰ। ਐਂਡ ਵੌਕਡ 2 ਮੀਟਰ, ਇਹ ਬਣ ਗਿਆ 2 ਮੀਟਰ। ਬਿਫੋਰ ਟੇਕਿੰਗ ਏ ਫਾਈਨਲ ਰਾਈਟ ਟਰਨ ਐਂਡ ਵੌਕਿੰਗ 3 ਮੀਟਰ ਬਿਫੋਰ ਸਟੋਪਿੰਗ ਐਟ ਪੁਆਇੰਟ ਬੀ, ਦਾ ਮਤਲਬ ਰਾਈਟ ਟਰਨ ਲਏਗੀ। ਐਂਡ ਵੌਕਿੰਗ 3 ਮੀਟਰ, ਕਿੰਨੇ ਮੀਟਰ ਗਈ ਹੈ 3 ਮੀਟਰ। ਇਹ ਡਿਸਟੈਂਸ ਦੇਖੋ 4 ਹੈ, 4 ਇੱਥੇ ਤੱਕ ਜਾ ਰਿਹਾ, ਦਾ ਮਤਲਬ 3 ਇੱਥੇ ਤੱਕ ਹੋਏਗਾ, ਇੱਥੇ ਤੱਕ ਹੋ ਗਿਆ ਇਹਦਾ 3 ਮੀਟਰ ਬਿਫੋਰ ਸਟੋਪਿੰਗ ਐਟ ਪੁਆਇੰਟ ਬੀ। ਠੀਕ ਹੈ, ਇਹ ਇਹਦਾ ਪੁਆਇੰਟ ਬਣ ਗਿਆ ਬੀ। ਜੋ ਉੱਪਰ ਕੁਐਸਚਨ ਦੇ ਵਿੱਚ ਬੇਟਾ ਸਟੇਟਮੈਂਟ ਦਿੱਤੀ ਹੋਈ ਸੀ ਉਹਦੇ ਅਕੋਰਡਿੰਗ ਅਸੀਂ ਇਹਦਾ ਡਾਇਗਰਾਮੈਟੀਕਲ ਰਿਪਰੈਜ਼ੈਂਟੇਸ਼ਨ ਇਹਦੀ ਕਰ ਦਿੱਤੀ ਹੋਈ ਹੈ। ਹੁਣ ਕੁਐਸਚਨ ਦੇ ਵਿੱਚ ਦੇਖੋ, ਇਸ ਕੁਐਸਚਨ ਦੇ ਫਸਟ ਪਾਰਟ ਹੈ, ਸੈਕਿੰਡ ਪਾਰਟ ਇਹਦਾ ਅੱਗੇ ਹੈ। ਫਸਟ ਪਾਰਟ ਵਿੱਚ ਕੀ ਪੁੱਛਿਆ ਹੋਇਆ, ਹਾਊ ਫਾਰ ਐਂਡ ਟੂਵਰਡਸ ਵਿਚ ਡਾਇਰੈਕਸ਼ਨ ਇਜ਼ ਪੁਆਇੰਟ ਏ ਫਰੋਮ ਪੁਆਇੰਟ ਬੀ। ਇਹ ਰਿਹਾ ਏ ਪੁਆਇੰਟ, ਇਹ ਰਿਹਾ ਬੀ ਪੁਆਇੰਟ। ਏ ਤੋਂ ਬੀ ਪੁਆਇੰਟ ਦੇਖੋ ਇਹ 3 ਹੈ, ਇਹਦਾ ਮਤਲਬ ਇਹ ਜਿਹੜਾ ਡਿਸਟੈਂਸ ਆ ਇਹ ਵਾਲਾ ਡਿਸਟੈਂਸ ਇਹ ਕਿੰਨਾ ਹੋ ਗਿਆ 1 ਮੀਟਰ। 1 ਮੀਟਰ ਕਿਉਂ, ਕਿਉਂਕਿ 3 ਮੀਟਰ ਤੱਕ ਇੱਥੇ ਰੁਕ ਗਈ ਸੀ, ਇਹ ਟੋਟਲ 4 ਸੀ, ਅਤੇ ਇਹ ਡਿਸਟੈਂਸ ਕਿੰਨਾ 1 ਮੀਟਰ ਦਾ ਹੋ ਗਿਆ। ਫਿਰ ਉਹੀ ਇਹਨਾਂ ਨੇ ਪੁੱਛਿਆ ਹੋਇਆ ਹਾਊ ਫਾਰ ਐਂਡ ਟੂਵਰਡਸ ਵਿਚ ਡਾਇਰੈਕਸ਼ਨ ਇਜ਼ ਪੁਆਇੰਟ ਏ, ਇਹ ਪੁਆਇੰਟ ਦਾ ਪੁੱਛਿਆ ਹੋਇਆ ਫਰੋਮ ਪੁਆਇੰਟ ਬੀ, ਬੀ ਤੋਂ ਏ ਪੁਆਇੰਟ ਦੀ ਡਾਇਰੈਕਸ਼ਨ ਪੁੱਛੀ ਹੋਈ ਆ। ਜੇ ਬੀ ਪੁਆਇੰਟ ਦੀ ਡਾਇਰੈਕਸ਼ਨ ਪੁੱਛੀ ਹੋਈ ਹੈ ਤਾਂ ਇਹਦੀ ਡਾਇਰੈਕਸ਼ਨ ਕਿੱਦਾਂ ਬਣੇਗੀ, ਇਹ ਬਣ ਗਿਆ ਨਾਰਥ ਸਾਊਥ, ਇਹ ਹੋ ਗਿਆ ਈਸਟ ਐਂਡ ਵੈਸਟ। ਬੀ ਤੋਂ ਏ ਕਿਸ ਡਾਇਰੈਕਸ਼ਨ ਦੇ ਵਿੱਚ ਆ ਈਸਟ ਡਾਇਰੈਕਸ਼ਨ ਦੇ ਵਿੱਚ ਆ। ਅਤੇ ਡਿਸਟੈਂਸ ਕਿੰਨਾ ਸੀ, ਡਿਸਟੈਂਸ 1 + 7, ਇਹ 1 ਹੈ ਅਤੇ ਇਹ ਟੋਟਲ ਕਿੰਨਾ 7, ਦੋਨਾਂ ਡਿਸਟੈਂਸ ਕਿੰਨਾ ਬਣ ਗਿਆ 7 + 1 8। ਦੇਖੋ 8 ਅਤੇ ਡਾਇਰੈਕਸ਼ਨ ਕਿਹੜੀ ਆ ਗਈ ਸੀ ਈਸਟ। ਸੋ 8 ਮੀਟਰ ਟੂਵਰਡਸ ਈਸਟ ਇਜ਼ ਦਾ ਕਰੈਕਟ ਆਂਸਰ। If Anupama walks 2 meter towards south from point A, A point ਤੋਂ ਕਹਿੰਦੇ 2 ਮੀਟਰ ਸਾਊਥ ਵੱਲ ਜੇ ਉਹ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ ਉਹ E ਪੁਆਇੰਟ 'ਤੇ। ਠੀਕ ਹੈ, ਪਿਛਲੇ ਵਾਲੇ ਕੁਐਸਚਨ ਦੀ ਹੀ ਹੈ ਸਟੇਟਮੈਂਟ। ਅਨੁਪਮਾ ਜੇ 2 ਮੀਟਰ ਜਾਂਦੀ ਹੈ ਟੂਵਰਡਸ ਸਾਊਥ ਫਰੋਮ ਪੁਆਇੰਟ A, A ਪੁਆਇੰਟ ਤੋਂ ਸਾਊਥ ਵੱਲ ਕਿੰਨੇ ਮੀਟਰ ਚਲੇ ਜਾਂਦੀ ਹੈ, ਇਹ ਵਾਲਾ ਡਿਸਟੈਂਸ ਫਿਰ ਤੋਂ ਇਹ ਜੇ 2 ਮੀਟਰ ਚਲੇ ਜਾਂਦੀ ਹੈ ਤਾਂ ਇਹ ਕਿਸ ਪੁਆਇੰਟ 'ਤੇ ਪਹੁੰਚ ਜਾਂਦੀ ਹੈ ਈ ਪੁਆਇੰਟ 'ਤੇ। ਦਾ ਮਤਲਬ ਇੱਥੇ ਕਿਤੇ ਪੁਆਇੰਟ ਬਣ ਗਿਆ ਈ, ਇਹ ਵੀ ਦੇਖੋ 2 ਮੀਟਰ ਸੀ, ਇਹ ਵੀ 2 ਹੈ, ਮਤਲਬ ਇੱਕੋ ਪੁਆਇੰਟ ਇੱਥੇ ਬਣਦੇ ਪਏ ਸਟ੍ਰੇਟ ਲਾਈਨ 'ਚ। ਵੈਨ ਆਫ ਦ ਫੋਲੋਇੰਗ ਪੁਆਇੰਟਸ ਇਨਕਲੂਡਿੰਗ ਈ ਵੁੱਡ ਫਾਲ ਇਨ ਏ ਸਟ੍ਰੇਟ ਲਾਈਨ। ਦੇਖੋ ਸਟ੍ਰੇਟ ਲਾਈਨ ਦੇ ਵਿੱਚ ਕਿਹੜੇ ਕਿਹੜੇ ਪੁਆਇੰਟਸ ਬਣਦੇ ਪਏ ਬੇਟਾ, ਜੇ ਇਹਨੂੰ ਅਸੀਂ ਅੱਗੇ ਡਰਾ ਕਰਦੇ ਹਾਂ ਤਾਂ ਕਿਹੜੇ ਕਿਹੜੇ ਪੁਆਇੰਟਸ ਜਿਹੜੇ ਸਟ੍ਰੇਟ ਲਾਈਨ ਬਣਦੇ ਪਏ ਈ ਨੂੰ ਇਨਕਲੂਡ ਕਰਕੇ ਦੇਖੋ ਈ ਵੀ ਆ ਰਿਹਾ, ਸੀ ਵੀ ਆ ਰਿਹਾ ਅਤੇ ਡੀ ਵੀ ਆ ਰਿਹਾ। ਇਹਦਾ ਮਤਲਬ ਡੀ ਅਤੇ ਸੀ ਅਤੇ ਈ ਇਹ 3 ਪੁਆਇੰਟਸ ਸਾਡੇ ਸਟ੍ਰੇਟ ਲਾਈਨ 'ਚ ਆ ਰਹੇ। ਹੁਣ ਅਸੀਂ ਦੇਖ ਲੈਂਦੇ ਹਾਂ ਉਹਦੇ ਆਪਸ਼ਨਸ ਡੀ ਐਂਡ ਸੀ।
ए ते डी भी नहीं सी, बी ते सी भी नहीं सी, किहड़े पॉइंट सी, सी एंड डी, सी ते डी ही सी। बाकी तुसीं चैक कर लो, ये पॉइंट स्ट्रेट लाइन नहीं बनने, सिर्फ सी ते डी इनकलूडिंग ई वो बनणगे तुहाडे कोल स्ट्रेट लाइन दे विच, ਉਹੀ ਇਹਨਾਂ ਨੇ ਇਹਦੇ ਵਿੱਚ ਪੁੱਛਿਆ ਹੋਇਆ ਸੀ। ਸੋ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ। ਲੈਵਲ 3 ਦਾ ਕੁਐਸਚਨ ਹੈ। ਲੈਵਲ 3 ਦਾ ਕੁਐਸਚਨ ਹੈ, ਇੰਨਾ ਜ਼ਿਆਦਾ ਡਿਫਿਕਲਟ ਨਹੀਂ ਹੋਗਾ, ਬਸ ਥੋੜ੍ਹਾ ਜਿਹਾ ਦਿਮਾਗ ਇਸ ਤੋਂ ਜ਼ਿਆਦਾ ਲਗਾਉਣਾ ਪੈਣਾ ਆ, ਬਟ ਇਹ ਨਹੀਂ ਹੈ ਕਿ ਤੁਸੀਂ ਇਹਨੂੰ ਕਰ ਨਹੀਂ ਪਾਓਗੇ, ਕੁਐਸਚਨ ਈਜ਼ੀਲੀ ਕਰ ਪਾਓਗੇ, ਬਸ ਥੋੜ੍ਹਾ ਸੋਚਣਾ ਪੈਣਾ। ਲੈਵਲ 3 ਵੱਲ ਥੋੜ੍ਹੇ ਕੁਐਸਚਨ ਹੀ ਹੈ, ਬਾਕੀ ਪੇਪਰ ਦੇ ਵਿੱਚ ਬਹੁਤ ਈਜ਼ੀ ਕੁਐਸਚਨ ਆਏ ਹੋਏ ਹੈ। ਇੰਟਰਸਟਿੰਗ ਕੁਐਸਚਨ, Karan and Arjun start simultaneously from 9 o'clock and 6 o'clock with same speed in clockwise and anti-clockwise direction respectively। ਹੁਣ ਪਹਿਲਾਂ ਤਾਂ ਇਹਦੇ ਵਿੱਚ distance and direction ਦੀ ਅਸੀਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਟਾਈਮ ਦੀ ਗੱਲ ਆ ਗਈ 9 o'clock and 6 o'clock। ਹੁਣ ਇਹ ਦੋਨੋਂ 9 o'clock ਤੇ 6 o'clock ਕਿੱਦਾਂ ਆ ਗਏ, ਤੇ ਗੱਲ ਵੀ clockwise ਤੇ anti-clockwise direction ਦੀ ਕਰ ਰਹੇ ਆ। ਸੋ ਦੇਖੋ ਇਸ ਕੁਐਸਚਨ ਨੂੰ ਅਸੀਂ ਕਿੱਦਾਂ ਕਰਾਂਗੇ। ਇਸ ਕੁਐਸਚਨ ਦੇ ਵਾਸਤੇ ਅਸੀਂ ਦੋ ਕੇਸਿਸ ਲੈ ਲੈਂਦੇ ਹਾਂ। ਪਹਿਲਾਂ ਤਾਂ ਅਸੀਂ ਲੈਂਦੇ ਕਰਨ ਦਾ ਕੇਸ। ਕਰਨ ਦੇ ਕੇਸ ਦੇ ਵਿੱਚ ਦੇਖੋ ਕੀ ਹੈ, ਇਹ ਅਸੀਂ ਬਣਾ ਲੈਂਦੇ ਇਹਦੀਆਂ ਡਾਇਰੈਕਸ਼ਨਸ ਉੱਦਾਂ ਹੀ ਬਣਾਉਣੀਆਂ, ਨਾਰਥ, ਸਾਊਥ, ਈਸਟ ਐਂਡ ਵੈਸਟ। ਠੀਕ ਹੈ, ਇੱਕ ਇਹਦਾ ਕੇਸ ਅਸੀਂ ਲੈਣ ਲੱਗੇ ਹਾਂ ਕਰਨ ਦਾ। ਉਸ ਤੋਂ ਬਾਅਦ ਅਰਜੁਨ ਦੀ ਗੱਲ ਕਰਾਂਗੇ। ਕਰਨ ਦੀ ਗੱਲ ਹੈ ਐਂਡ ਅਰਜੁਨ ਸਟਾਰਟ ਸਾਈਮਲਟੇਨੀਅਸਲੀ ਫਰੋਮ 9 o'clock ਐਂਡ 6 o'clock। ਹੁਣ ਅਸੀਂ ਤਾਂ ਅੱਗੇ ਨਾਰਥ, ਸਾਊਥ, ਈਸਟ, ਵੈਸਟ ਡਾਇਰੈਕਸ਼ਨ ਲੈਂਦੇ ਸੀ, ਹੁਣ ਇਹ 9 ਤੇ 6 ਕਿੱਥੋਂ ਆ ਗਿਆ। ਹੁਣ ਬੇਟਾ ਇਹਨੂੰ ਮੈਂ ਇਸੇ ਕਰਕੇ ਥੋੜ੍ਹਾ ਜਿਹਾ ਡਿਫੀਕਲਟੀ ਲੈਵਲ ਹਾਈ ਕਿਹਾ, ਕਿਉਂਕਿ ਇੱਥੋਂ ਥੋੜ੍ਹਾ ਜਿਹਾ ਕਨਫਿਊਜ਼ ਕਰਨ ਵਾਸਤੇ ਇਹਨਾਂ ਨੇ 9 ਐਂਡ 6 o'clock ਦੀ ਗੱਲ ਕਰਤੀ ਹੋਈ ਆ। ਬਟ ਇਹ ਕੁਐਸਚਨ ਜੋ ਹੈ ਕਰਨਾ ਇਹਨੂੰ ਅਸੀਂ ਇਸੇ ਤਰ੍ਹਾਂ ਹੈ। ਜੇ ਅਸੀਂ ਕਲੌਕਵਾਈਜ਼ ਅਤੇ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਇਹ ਤੁਹਾਡੇ ਕੋਲ ਘੜੀ ਦੇ ਅਕੋਰਡਿੰਗ ਇਹ ਹੁੰਦੇ 12, ਇਹ ਹੈ 3, ਇਹਨੂੰ ਇੱਥੇ ਹੁੰਦੇ 6 ਅਤੇ ਇੱਥੇ ਹੁੰਦੇ ਆ 9। ਇਸ ਤਰ੍ਹਾਂ ਸਾਡੇ ਕੋਲ ਹੁੰਦਾ। ਹੁਣ ਇੱਥੋਂ ਤੁਸੀਂ ਦੇਖ ਲਓ 9 o'clock ਇਹ ਰਿਹਾ ਅਤੇ 6 o'clock ਰਿਹਾ ਇਹ। ਹੁਣ ਇੱਥੋਂ ਕਰਨ ਦੀ ਗੱਲ ਕਰ ਲੈਂਦੇ ਪਹਿਲਾਂ। ਕਰਨ ਐਂਡ ਅਰਜੁਨ ਸਟਾਰਟ ਸਾਈਮਲਟੇਨੀਅਸ ਫਰੋਮ 9 o'clock ਐਂਡ 6 o'clock। 9 o'clock ਤੇ ਕਰਨ ਆ, ਅਤੇ ਅਰਜੁਨ ਕਿੰਨਾ 6 o'clock ਤੇ ਵਿਦ ਸੇਮ ਸਪੀਡ ਇਨ ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਰਿਸਪੈਕਟਿਵਲੀ ਦੀ ਗੱਲ ਕਰਤੀ। ਇਹਦਾ ਮਤਲਬ ਜਿਹੜੀ ਚੀਜ਼ ਪਹਿਲਾਂ ਆਉਂਦੀ ਹੁੰਦੀ ਉਹ ਕਰਨ ਵਾਸਤੇ ਹੈ, ਜਿਹੜੀ ਦੂਸਰੀ ਚੀਜ਼ ਆ ਉਹ ਦੂਸਰੇ ਵਾਸਤੇ ਆਉਂਦੀ ਆ। ਕਰਨ ਵਾਸਤੇ ਟਾਈਮ 9 o'clock ਹੋਏਗਾ ਅਤੇ ਡਾਇਰੈਕਸ਼ਨ ਕਿਹੜੀ ਹੋਏਗੀ ਕਲੌਕਵਾਈਜ਼। ਟਾਈਮ 9 o'clock ਹੈ ਅਤੇ ਡਾਇਰੈਕਸ਼ਨ ਕਿਹੜੀ ਹੈਗੀ ਇਹਦੀ ਕਲੌਕਵਾਈਜ਼। ਡਾਇਰੈਕਸ਼ਨ ਇਹਦੀ ਆ ਗਈ ਕਲੌਕਵਾਈਜ਼। ਕਿੰਨਾ ਡਿਸਟੈਂਸ ਇਹਨਾਂ ਨੇ ਕਵਰ ਕੀਤਾ, ਪਹਿਲਾਂ ਹੀ ਕਹਿ ਦਿੱਤਾ ਵੇਅਰ ਵਿਲ ਬੀ ਕਰਨ ਐਂਡ ਅਰਜੁਨ ਆਫਟਰ ਵਾਕਿੰਗ ਫॉर 15 minutes। ਕਲੌਕਵਾਈਜ਼ ਇਹ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਅਤੇ ਕਿੰਨਾ ਡਿਸਟੈਂਸ ਕਵਰ ਕੀਤਾ 15। ਹੁਣ ਦੇਖੋ 9 ਅਤੇ 12 ਦੇ ਵਿੱਚ ਕਿੰਨੇ ਮਿੰਟ ਦਾ ਫਰਕ ਹੁੰਦਾ ਹੈ, 15 ਮਿੰਟ ਦਾ ਫਰਕ ਹੁੰਦਾ, ਮਤਲਬ 15 ਮਿੰਟ ਬਣ ਗਈ ਆ ਚੀਜ਼। ਠੀਕ ਹੈ, 15 ਮਿੰਟ ਤੋਂ ਬਾਅਦ ਕਰਨ ਜਿਹੜਾ ਵਾ ਉਹ ਕਿੱਥੇ ਪਹੁੰਚ ਗਿਆ, ਇਸ ਡਾਇਰੈਕਸ਼ਨ ਦੇ ਵਿੱਚ, ਨਾਰਥ ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਸੋ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, ਕਰਨ ਹੈ ਜੋ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਗਿਆ, ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਗਿਆ। 9 ਤੋਂ ਅਤੇ ਕਿੰਨੇ ਮਿੰਟ ਗਿਆ 15 ਮਿੰਟ, ਅਤੇ ਕਿੱਥੇ ਪਹੁੰਚ ਗਿਆ ਇਹ ਨਾਰਥ ਡਾਇਰੈਕਸ਼ਨ ਦੇ ਵਿੱਚ। ਇਹਦਾ ਆ ਗਿਆ ਨਾਰਥ। ਸਿਮਿਲਰਲੀ ਅਰਜੁਨ ਦੇ ਵਾਸਤੇ ਅਸੀਂ ਅਲੱਗ ਤੋਂ ਬਣਾਵਾਂਗੇ। ਅਰਜੁਨ ਦਾ ਆ ਗਿਆ ਇਹ ਸੇਮ ਸੈਕਿੰਡ ਕੇਸ, ਨਾਰਥ, ਸਾਊਥ, ਈਸਟ, ਵੈਸਟ ਦੀ ਜਗ੍ਹਾ 'ਤੇ ਕੀ ਆਏਗਾ, ਇਹਦੀ ਕਿਹੜੀ ਗੱਲ ਕਰਦੇ ਪਏ ਆ 6 o'clock ਦੀ। ਆ ਹੁੰਦਾ 3, ਆ ਹੁੰਦਾ 6 ਤੋਂ ਐਂਟੀ ਕਲੌਕਵਾਈਜ਼, ਆ ਹੈ 6 ਤੋਂ ਐਂਟੀ ਕਲੌਕਵਾਈਜ਼। 15 ਮਿੰਟ ਕਿੱਥੇ ਪਹੁੰਚਿਆ ਹੈ 3 'ਤੇ, ਅਤੇ ਕਿਹੜੀ ਡਾਇਰੈਕਸ਼ਨ ਇਹ ਹੈਗੀ ਆ ਈਸਟ ਡਾਇਰੈਕਸ਼ਨ। ਸੋ ਇਹਦੀ ਡਾਇਰੈਕਸ਼ਨ ਸੀ ਹੈ ਈਸਟ ਡਾਇਰੈਕਸ਼ਨ। ਸੋ ਕਰਨ ਦੀ ਡਾਇਰੈਕਸ਼ਨ ਕਿਹੜੀ ਹੈ ਨਾਰਥ, ਅਤੇ 15 ਮਿੰਟ ਬਾਅਦ ਦੋਨੋਂ ਕਿੱਥੇ ਪਹੁੰਚ ਗਏ ਇਹਨਾਂ ਨੇ ਇਹੀ ਪੁੱਛਿਆ ਹੋਇਆ। ਕਰਨ ਨਾਰਥ 'ਤੇ ਆ ਅਤੇ ਇਹ ਹੈਗਾ ਈਸਟ। ਨਾਰਥ ਅਤੇ ਈਸਟ ਕਿਹੜੀ ਆਪਸ਼ਨ ਦੇ ਵਿੱਚ ਆ ਰਿਹਾ, ਇਹ ਆ ਰਿਹਾ ਆਪਸ਼ਨ ਨੰਬਰ ਏ ਵਿੱਚ। ਸੋ ਇਹ ਹੈਗਾ ਇਹਦਾ ਸਹੀ ਆਨਸਰ, ਨਾਰਥ ਐਂਡ ਈਸਟ। ਹਾਂਜੀ, ਨੈਕਸਟ ਜੋ ਹੈ ਡਿਫੀਕਲਟੀ ਲੈਵਲ ਵਾਲਾ ਕੁਐਸਚਨ, ਥੋੜ੍ਹਾ ਜਿਹਾ ਜ਼ਿਆਦਾ ਡਿਫੀਕਲਟ ਲੈਵਲ 3 ਦਾ ਕੁਐਸਚਨ ਜੋ ਹੈ ਨੈਕਸਟ ਹੈ। ਇਸ ਕੁਐਸਚਨ ਦੇ ਨਾਲ ਇਹਦੀ ਜੋ ਇੰਸਟਰਕਸ਼ਨਸ ਹੈ ਬੇਟਾ, ਉਹ ਇਹਨਾਂ ਨੇ ਇੱਥੇ ਗਿਵਨ ਦਿੱਤੀਆਂ ਹੋਈਆਂ
ਤੇ 4 ਕੁਐਸਚਨਸ ਇਹਨਾਂ ਨੇ ਇਹਨਾਂ ਇੰਸਟਰਕਸ਼ਨ ਤੋਂ ਹੀ ਪੁੱਛੇ ਹੋਏ ਆ। ਸੋ ਅਸੀਂ ਦੇਖਦੇ ਹਾਂ ਪਹਿਲਾਂ ਜੋ ਕੰਡੀਸ਼ਨਸ ਗਿਵਨ ਹੈ ਉਹਦੇ ਅਕੋਰਡਿੰਗ ਆਪਾਂ ਪਹਿਲਾਂ ਡਰਾ ਕਰਾਂਗੇ, ਉਹ ਕੰਡੀਸ਼ਨ ਤੋਂ ਫਿਰ 4 ਕੁਐਸਚਨਸ ਅਸੀਂ ਸੋਲਵ ਕਰਨੇ ਆ। ਠੀਕ ਹੈ, ਹੁਣ ਦੇਖੋ ਕੀ ਦਿੱਤਾ ਸਟੇਟਮੈਂਟ ਦੇ ਵਿੱਚ ਗਿਵਨ ਹੈ all the roads of a village are either parallel or perpendicular to one another। ठीक है, किसी विलेज दियाँ रोड्स दित्तियां होईयां, वो कहते ईदर परपेंडिकुलर और पैरलर है, एंड ऑल आर स्ट्रेट रोड्स। ठीक है, सारियां स्ट्रेट रोड्स है। रोड्स पैरलर टू वन अनदर आर ए बी सी डी ई, ए बी सी डी ई, ये पंजों आपस में पैरलर आ, तो जी एच आई जे के एल एम ये आपस दे विच पैरलर आ। फिर इन्होंने कंडीशनस अगे देतियां होईयां, ए दा ते बी दा डिस्टेंस दिता होया फस्ट वाली कंडीशन विच, ए इज़ 1 किलोमीटर ईस्ट ऑफ बी। फिर बी की गल करती हुई है, बी तो सी का डिस्टेंस कितना है 1/2 किलोमीटर वैसट ऑफ सी। सिमिलरली इन्होंने ये 7 कंडीशन जो है वो इन्होंने रोड्स दियाँ दे दित्तियां हुई। ये सारी दी सारी कंडीशनस है जो मैं इहदा तुसीं स्क्रीनशॉट लैके रख लो होनी, तो नैक्सट पेज के उपर मैं इनू सॉल्व करांगी। नैक्सट जो क्वेश्चन पूछा होया तो इन्हां दी कंडीशनस के अकॉर्डिंग जो भी डायग्रामैटिकल रिप्रजेंटेशन बनती है वो मैं नैक्सट स्लाइड के उपर करांगी। सो उन्होंने असी फिर क्वेश्चन को सॉल्व करना है। तो देखो किस तरह सॉल्व कर सकते हैं असी। जो स्टेटमेंट सी मेरे सामने स्टेटमेंट है, तुसी भी स्टेटमेंट देखो, वो अकॉर्डिंग इनू ड्रॉ करना सी। रोड्स के बारे गल की सी, ए बी सी डी ई किहड़ियां पैरलर सी, ए बी सी डी एंड ई ये आपस दे विच पैरलर सी। फिर जी एच आई जे एंड एम ये आपस दे विच पैरलर दित्तियां होईयां। ठीक है, हुण असी ड्रॉ करते हैं कंडीशनस। सब तो पहले नंबर ते फस्ट कंडीशन सी कि रोड ए इज़ 1 किलोमीटर ईस्ट ऑफ बी। ईस्ट ऑफ बी, बी की गल की हुई ना इन्होंने, यदा मतलब की है पहला असी बी की डायरैक्शन लवांगे। बी की डायरैक्शन दे विच ईस्ट जिहड़ा है उत्थों की है ए। बी की डायरैक्शन देखो, जे मैं मान लो कि ए वाली डायरैक्शन बी की है, जे मैं ए रोड बी मान लैनी मान लो, तो बी रोड दे विच की सी बी दे जे इधर देखो डायरैक्शन ये होंगी नॉर्थ साउथ ईस्ट, ईस्ट ए वाली होंगी आ। ईस्ट वाली साइड ते 1 किलोमीटर ते किहड़ी रोड है ए है 1 किलोमीटर ते, इहदा मतलब ईस्ट वाली डायरैक्शन ते 1 किलोमीटर, जे मैं इदा 1 किलोमीटर ड्रॉ करा तो इत्थे किहड़ी है ए बनती पई है विद रिस्पैक्ट टू ए क्या होए ना इन्होंने, ਇਹਦਾ मतलब ए आ गई तो इन्हों के डिस्टेंस है वो कितना है 1 किलोमीटर। फस्ट कंडीशन ए सी। सैकेंड कंडीशन देखो की सी, रोड बी इज़ 1/2 किलोमीटर वैसट ऑफ सी। बी रोड की है सी दे वैसट तो 1/2 किलोमीटर है। बी रोड हुण सी दे वैसट विच, वैसट डायरैक्शन देखो किहड़ी हुंदी है, ये होगी नॉर्थ साउथ ईस्ट एंड वैसट। वैसट मतलब इस साइड ते बी है। रोड बी की है 1/2 किलोमीटर वैसट ऑफ सी, इसका मतलब सी जे इधर होगा तो वैसट तो इस साइड ते बनेगा, इसका मतलब सी जो है वो ए ते बी दे विचकार होएगा, विच होएगा। रोड बी है वो की है, रोड सी है बी तो 1/2 किलोमीटर है, ये कंडीशन है। ये होगी सी, ये हो गया 1/2 किलोमीटर, तो किस डायरैक्शन दे विच सी है वैसट ऑफ सी, सी दा वैसट ए है। सो ए बी सी की पोजीशन सानू पता लगी। इन्हां विचला डिस्टेंस 1 किलोमीटर है, ए हाफ है, जे आ टोटल 1 ए हाफ है तो ये भी डिस्टेंस कितना होएगा 1/2 किलोमीटर ही होएगा। सो 2 कंडीशन साडे कोल बन चुकी हैं। उस तो बाद थर्ड है रोड डी, डी तो ई बारे गल की आ। रोड डी इज़ 1 किलोमीटर वैसट ऑफ ई, ਇਹਦਾ मतलब ਅਸੀਂ ਪਹਿਲਾਂ ई ਲਵਾਂਗੇ, ई ਲਵਾਂਗੇ ਉਹਦੇ ਵੈਸਟ ਵਿੱਚ ਦੇਖੋ ਕੀ ਹੈ, ਉਹਦੇ ਵੈਸਟ ਵਾਲੀ ਸਾਈਡ ਤੇ ਕੀ ਹੈ ਰੋਡ ਡੀ। ਕੰਡੀਸ਼ਨ ਹੈ ਰੋਡ ਡੀ ਇਜ਼ 1 ਕਿਲੋਮੀਟਰ ਵੈਸਟ ਆਫ ई। ਪਹਿਲਾਂ ई ਅਸੀਂ ਬਣਾਵਾਂਗੇ, ਆ ਰਿਹਾ ਰੋਡ ई ਦਾ ਵੈਸਟ ਕਿਹੜਾ ਹੁੰਦਾ ਇਸ ਡਾਇਰੈਕਸ਼ਨ ਦੇ ਵਿੱਚ, ਇਹਦੇ ਇਸ ਡਾਇਰੈਕਸ਼ਨ ਦੇ ਵਿੱਚ ਕੀ ਹੈਗਾ ਆ ਰੋਡ डी है, रोड डी है तो इन्हों के विचला डिस्टेंस कितना है वो है 1 किलोमीटर। थर्ड कंडीशन हो गई। फोर्थ कंडीशन की है रोड जी इज़ 1/2 किलोमीटर साउथ ऑफ एच। जी तो एच की भी असी गल कर लें, एरे रोड एच, फिर की क्या होया
ये है मान लो जे एच है, फिर कंडीशन की है फोर्थ कंडीशन कि रोड जी की है हाफ किलोमीटर साउथ ऑफ एच। एच का साउथ किहड़ा हुंदा, इहदा नीचे। आ डिस्टेंस फिर कितना हो गया, हाफ किलोमीटर हो गया। तो ये वाली रोड किहड़ी हो गई, रोड जी। ये रही रोड जी। ठीक है, फोर्थ कंडीशन भी हो गई, फर्स्ट सैकेंड थर्ड एंड फोर्थ कंडीशन हो गई। फिफ्थ कंडीशन की बोलिया हो इन्होंने, रोड आई इज़ 1 किलोमीटर नॉर्थ ऑफ जे। ਇਹਦਾ मतलब पहला ਅਸੀਂ जे ड्रॉ करांगे। जे इस साइड ते है, जे तो 1 किलोमीटर ते किस डायरैक्शन दे विच, नॉर्थ डायरैक्शन दे विच किहड़ी रोड है, आई रोड है। सो ये बन गई जे, तो ये वाली रोड किहड़ी बन गई, आई। तो ये डिस्टेंस है जो ये भी कितना है, 1 किलोमीटर डिस्टेंस। नैक्सट की है, दो कंडीशनस होर गिवन है, रोड के दी एंड एल दी। रोड के की है हाफ किलोमीटर नॉर्थ ऑफ एल, नॉर्थ ऑफ एल। ਇਹਦਾ मतलब सानू पहला की बनाना पैना, एल, रोड एल बनाना पैना। आ रहा रोड एल दे नॉर्थ वाली डायरैक्शन, नॉर्थ डायरैक्शन की ऊपर हाफ किलोमीटर दे किहड़ा है रोड के। ਇਹਦਾ मतलब ਇਹਦੇ ਵਿੱਚ डिस्टेंस कितना बन गया साडे कोल, हाफ किलोमीटर। तो ये वाला रोड हो गया के। लास्ट कंडीशन देखो बेटा, क्वेश्चन छड्डना नहीं है, क्वेश्चन बहुत ईजी है वैसे देखने को लग रहा। के दी हुण लास्ट कंडीशन देखो की है, रोड के देखो की है, ये 1 किलोमीटर की है साउथ ऑफ एम। साउथ की हुंदा देखो नीचे का, मतलब एम वाली जिहड़ी है वो की होएगी, उपर होएगी। रोड एम वाली रोड इत्थे उपर बन गई, ये बन गया एम। तो एम तो के का डिस्टेंस भी इन्होंने दिता होया, वो डिस्टेंस कितना बोलिया होया इन्होंने, 1 किलोमीटर। सारिया दी सारिया कंडीशनस है जो बेटा वो डायग्रामैटिकली रिप्रजेंट हो चुकियां हैं। हुण असीं देखते हैं कि इन्होंने की पूछा होया। की पूछा देखो, फस्ट क्वेश्चन, विच इज़ नैसेसरली ट्रू, किहड़ा इन्हां विचों सही है, सही लभना। देखो की पहला क्या, डी इज़ 2 किलोमीटर वैसट ऑफ बी। डी का तो बी का रिलेशन पूछा। देखो ये साढ़े को ए बी सी का रिलेशन है, डी नाल कोई रिलेशन नहीं हैगा। ये जी वेग स्टेटमेंट है इसी हले नहीं दस सकते, ये स्टेटमेंट जी है वो सही नहीं है। बी की है, एम इज़ 1.5 किलोमीटर नॉर्थ ऑफ एल। एम तो एल का रिलेशन हैगा, एम तो एल का रिलेशन हैगा, दोनों में डिस्टेंस भी किन्ने का आ, 1 किलोमीटर आ तो हाफ किलोमीटर आया। इन्होंने विचकार डिस्टेंस कितना वा, 1.5 है। ठीक है, पहली कंडीशन तो ट्रू हो रही है। फिर की कह रहा, नॉर्थ ऑफ एल, एम की है नॉर्थ ऑफ एल की है ए है, तो नॉर्थ वाली डायरैक्शन की ऊपर, बिल्कुल ठीक है। इन्होंने ट्रू पूछा सीगा, सैकेंड कंडीशन ही ट्रू आ गई। सो थर्ड एंड फोर्थ ऑप्शन चैक करने की जरूरत नहीं है, बी ऑप्शन ही ठीक है। जे तुसीं चैक करना चाहते तो देख लो, ई एंड बी इंटरसैक्ट। बेटा ई तो बी की गल कर रहा, ई इधर है, बी इत्थे इंटरसैक्शन की, तो कोई रिलेशन नहीं पता, ये भी स्टेटमेंट गलत है। एंड आई तो एल की गल करते, आई तो जे है, एल नाल रिलेशन नहीं है। सो ये बारे भी सानू नहीं पता। इन्हां दे विचों जो ट्रू कंडीशन हैगी वो की, ऑप्शन नंबर बी। हाँ जी स्टूडेंट्स, इसका जो नैक्सट क्वेश्चन है उहदे विच देखो की पूछा होया हुण इन्होंने, इफ रोड ई इज़ बिटवीन बी एंड सी दैन यू हैव टू फाइंड द डिस्टेंस बिटवीन ए एंड डी। ਇਹਦਾ मतलब की हो गया कि सानू जो पहलियां फर्स्ट 3 कंडीशनस सी वो दुबारा तो इत्थे बेटा ड्रॉ करनियां पैणगीਆਂ। ਉਹ मैं दुबारा तो देखो ड्रॉ करदी हाँ। ਉਹਦੇ ਵਿੱਚ ਕੀ ਸੀ, 3 कंडीशनस ਅਸੀਂ ए बी सी ਦੀ ਰੱਖ ਲੈਂਦੇ ਹਾਂ। ਤੇ ਇਹ ਸਾਡੇ ਕੋਲ ਰਿਹਾ ਸੀ ए, ਇੱਥੇ ਸੀ बी, ए ਤੇ बी ਦੇ ਵਿੱਚ ਜੋ ਡਿਸਟੈਂਸ ਸੀ ਉਹ ਕਿੰਨਾ ਸੀ, 1 किलोमीटर ਦਾ डिस्टेंस ਸੀ ए ਤੇ बी ਦੇ ਵਿੱਚ। ਇਹ डिस्टेंस ਜਾਂ 1 किलोमीटर। फिर उस तो बाद सी जो इन्हां दोनों के एग्जैक्टली विच सी, इन्हां दोनों के विचकार सी। ठीक है, इत्थे सी सी ते सी ते बी दे विच जो डिस्टेंस सी वो कितना सी, हाफ, 1/2 किलोमीटर। सो ये वाला डिस्टेंस भी कितना सी दा, 1/2। जो कंडीशन सी असी उहदे अकॉर्डिंग लिखी जा रहे हैं। फिर इन्हां दे अकॉर्डिंग कि इफ रोड ई, हुण एक रोड ई है किहदे विचकार है, बी एंड सी। बी तो सी आ रही, इन्हां दोनों के विचकार किहड़ी रोड आ गई है साडे कोल, रोड ई। हुण बेटा इन्होंने ये रोड इन्हां दे विचकार बोली हुई है। हुण एग्जैक्टली जे सेंटर दे विच क्या हुंदा, फिर असीं की करना सी, बी ते सी का जो डिस्टेंस सी
ਉਹਨੂੰ ਅਸੀਂ 1/4 ਲੈ ਕੇ ਇੱਥੇ ਕਰ ਸਕਦੇ ਸੀ, ਬਟ ਈ ਇਜ਼ ਇਨ ਬਿਟਵੀਨ। ਹੁਣ ਅਸੀਂ ਇਹ ਐਗਜ਼ੈਕਟਲੀ ਨਹੀਂ ਦੱਸ ਸਕਦੇ ਕਿ ਬਿਲਕੁਲ ਸੈਂਟਰ ਦੇ ਵਿੱਚ ਹੈ ਈ ਰੋਡ ਬੀ ਅਤੇ ਸੀ ਦੇ, ਜਾਂ ਫਿਰ ਥੋੜ੍ਹਾ ਜਿਹਾ ਸੈਂਟਰ ਤੋਂ ਸਾਈਡਸ 'ਤੇ ਆ। ਸੋ ਅਸੀਂ ਸਪੋਜ਼ ਕਰ ਲੈਂਦੇ ਕਿ ਇਹ ਇੱਥੇ ਆ, ਈ ਜੋ ਪੁਆਇੰਟ ਹੈ ਬੀ ਅਤੇ ਸੀ ਦੇ ਵਿਚਕਾਰ, ਈ ਰੋਡ ਹੈ ਜੋ। ਸੋ ਈ ਦੇ ਨਾਲ ਇੱਕ ਰਿਲੇਸ਼ਨ ਸਾਨੂੰ ਪੁੱਛਿਆ ਕਿਹਦਾ ਹੋਇਆ, ਏ ਦਾ ਅਤੇ ਡੀ ਦਾ ਪੁੱਛਿਆ ਹੋਇਆ। ਹੁਣ ਸਾਡੇ ਕੋਲ ਸਾਰੀਆਂ ਕੰਡੀਸ਼ਨਸ ਤਾਂ ਆ ਗਈਆਂ, ਬਟ ਡੀ ਤਾਂ ਇੱਥੇ ਕਿਤੇ ਨਜ਼ਰ ਨਹੀਂ ਆ ਰਿਹਾ। ਅਤੇ ਜੋ ਤੁਸੀਂ ਪਿੱਛੇ ਕੁਐਸਚਨ ਨੂੰ ਦੇਖੋਗੇ, ਈ ਅਤੇ ਡੀ ਦੇ ਵਿੱਚ ਜੋ ਗਿਵਨ ਸੀ ਡਿਸਟੈਂਸ, ਈ ਦਾ ਐਂਡ ਡੀ ਦਾ ਡਿਸਟੈਂਸ, ਉਹ ਕਿੰਨਾ ਗਿਵਨ ਸੀ 1 ਕਿਲੋਮੀਟਰ। ਇਹਨਾਂ ਦੋਨਾਂ ਦੇ ਵਿੱਚ ਦੀ ਸੀ 1 ਕਿਲੋਮੀਟਰ। ਸੋ ਇਸ ਤਰ੍ਹਾਂ ਈ ਦੇ ਨਾਲ ਡੀ ਐਸੋਸੀਏਟਡ ਸੀ, ਅਤੇ ਫਿਰ ਇਹਨਾਂ ਨੇ ਡਿਸਟੈਂਸ ਕਿਹਦਾ ਪੁੱਛ ਲਿਆ, ਏ ਦਾ ਅਤੇ ਡੀ ਦਾ ਡਿਸਟੈਂਸ ਫਾਈਂਡ ਆਊਟ ਕਰਨ ਲਈ ਕਹਿ ਦਿੱਤਾ ਗਿਆ। ਹੁਣ ਦੇਖੋ ਬੇਟਾ, ਕੁਐਸਚਨ ਨੂੰ ਬਿਲਕੁਲ ਧਿਆਨ ਨਾਲ ਸਮਝਣਾ। ਡੀ ਅਤੇ ਈ, ਇਹਦਾ ਡਿਸਟੈਂਸ ਕਿੰਨਾ ਆਲਰੇਡੀ 1 ਕਿਲੋਮੀਟਰ ਹੈ। ਅਸੀਂ ਕਿਹੜਾ ਡਿਸਟੈਂਸ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ, ਪੂਰਾ ਏ ਤੋਂ ਡੀ ਤੱਕ ਦਾ। ਏ ਤੋਂ ਡੀ ਤੱਕ ਦਾ ਡਿਸਟੈਂਸ ਹੈ, ਜੇ ਮੈਂ ਰਫਲੀ ਤੁਹਾਨੂੰ ਦੱਸਾਂ, ਏ ਤੋਂ ਡੀ ਦਾ ਡਿਸਟੈਂਸ ਨੂੰ ਮੈਂ 2 ਪਾਰਟਸ ਵਿੱਚ ਡਿਵਾਈਡ ਕਰਦੀ, ਜੋ ਸਾਨੂੰ ਚੀਜ਼ਾਂ ਗਿਵਨ ਹੈ। ਇੱਕ ਹੈ ਡੀ ਅਤੇ ਈ, ਡੀ ਇਹ ਡਿਸਟੈਂਸ ਡੀ ਈ ਪਲੱਸ ਡੀ ਤੋਂ ਈ, ਉਸ ਤੋਂ ਬਾਅਦ ਈ ਤੋਂ ਲੈ ਕੇ ਏ ਤੱਕ ਦਾ ਡਿਸਟੈਂਸ, ਈ ਤੋਂ ਏ ਤੱਕ ਦਾ ਡਿਸਟੈਂਸ ਲੈ ਲੈਂਦੇ। ਹੁਣ ਡੀ ਤੋਂ ਈ ਦਾ ਡਿਸਟੈਂਸ ਦੇਖੋ 1 ਕਿਲੋਮੀਟਰ ਗਿਵਨ ਹੈ, ਇਹ ਤਾਂ 1 ਹੋ ਗਿਆ, ਪਲੱਸ ਈ ਏ ਦੇ ਵਿੱਚ ਡਿਸਟੈਂਸ ਬੇਟਾ ਆ ਸਾਨੂੰ ਪਤਾ ਹੈ ਕਿ ਹਾਫ ਹੈ। ਇਹ ਡਿਸਟੈਂਸ ਕਿੰਨਾ ਦਾ, ਹਾਫ ਹੈ, 1/2 ਹਾਫ ਹੈ, ਠੀਕ ਹੈ। 0.5 ਤਾਂ ਅਸੀਂ ਇਹਨੂੰ ਐਡ ਕਰ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਆਹ ਡਿਸਟੈਂਸ ਵੀ ਹੈ। ਹੁਣ ਸਾਨੂੰ ਐਗਜ਼ੈਕਟਲੀ ਨਹੀਂ ਪਤਾ ਕਿ 1/4 ਹੈ ਕਿ ਨਹੀਂ, ਬਟ ਇੰਨਾ ਡਿਸਟੈਂਸ ਸਾਡੇ ਕੋਲ ਹੈ। ਮਤਲਬ ਕੁਛ ਡਿਸਟੈਂਸ ਹੋਰ ਹੈ ਜਿਹੜਾ ਕਿ ਐਡ ਹੋਣ ਵਾਲਾ, ਠੀਕ ਹੈ। ਉਹ ਕਿੰਨਾ ਐਗਜ਼ੈਕਟਲੀ ਅਸੀਂ ਦੱਸ ਨਹੀਂ ਸਕਦੇ। ਸੋ ਇਹ ਡਿਸਟੈਂਸ ਦੇਖੋ ਕਿੰਨਾ ਹੋ ਗਿਆ, 1 + 0.5 ਹੈ, ਠੀਕ ਹੈ। 1.5 ਹੈ ਜੋ ਇਸ ਦੇ ਵਿੱਚ ਕੁਛ ਐਡ ਹੋ ਰਿਹਾ, ਇਹਦਾ ਮਤਲਬ 1.5 ਤੋਂ ਜ਼ਿਆਦਾ ਆ, 1.5 ਤੋਂ ਜ਼ਿਆਦਾ ਹੋ ਗਿਆ। ਅਤੇ ਬੀ ਤੋਂ ਲੈ ਕੇ ਏ ਤੱਕ ਦਾ ਡਿਸਟੈਂਸ ਹੈ ਜੋ, ਇਹ ਵੀ 1 ਕਿਲੋਮੀਟਰ ਹੈ, ਠੀਕ ਹੈ। ਸੋ ਇਹ ਡਿਸਟੈਂਸ ਦੇਖੋ 2 ਤੋਂ ਜ਼ਿਆਦਾ ਤਾਂ ਨਹੀਂ ਹੋ ਸਕਦਾ, ਕਿਉਂਕਿ ਆਹ ਡਿਸਟੈਂਸ ਕਿੰਨਾ ਹੈ, 1 ਹੈ, ਅਤੇ ਇੱਥੇ ਤੋਂ ਇੱਥੇ ਤੱਕ ਏ ਤੋਂ ਬੀ ਦਾ ਡਿਸਟੈਂਸ ਵੀ ਕਿੰਨਾ 1 ਹੈ, ਠੀਕ ਹੈ। ਆਹ ਵਾਲੀ ਚੀਜ਼ ਦੇ ਵਿੱਚੋਂ ਫਿਰ ਮਾਈਨਸ ਹੋਏਗੀ। ਸੋ ਅਸੀਂ ਕੀ ਕਹਿ ਸਕਦੇ ਹਾਂ ਕਿ ਏ ਡੀ ਦਾ ਜੋ ਡਿਸਟੈਂਸ ਹੈ 1.5 'ਚ ਕੁਛ ਐਡ ਹੋ ਰਿਹਾ। ਦੇਖੋ 1.5 'ਚ ਐਡ ਹੋ ਰਿਹਾ ਕੁਛ, ਇਹਦਾ ਮਤਲਬ ਆਪਸ਼ਨ ਨੰਬਰ 1 ਤਾਂ ਨਹੀਂ ਹੋ ਸਕਦੀ ਆਨਸਰ ਇਹਦਾ। ਐਗਜ਼ੈਕਟਲੀ 1.5 ਵੀ ਨਹੀਂ ਹੋ ਸਕਦੀ ਕਿਉਂਕਿ ਕੁਛ ਐਡ ਹੋ ਰਿਹਾ। ਸੋ ਆਪਸ਼ਨ ਨੰਬਰ ਬੀ ਵੀ ਕੈਂਸਲ ਆਊਟ ਹੋ ਗਈ। ਇਕੱਲਾ 1/2 ਕਿਲੋਮੀਟਰ ਤਾਂ ਬਿਲਕੁਲ ਵੀ ਨਹੀਂ ਪੋਸੀਬਲ। ਸੋ ਵੀ ਆਰ ਓਨਲੀ ਲੈਫਟ ਵਿਦ ਦਾ ਆਪਸ਼ਨ ਨੰਬਰ ਸੀ। ਸੋ ਆਪਸ਼ਨ ਨੰਬਰ ਸੀ ਦੇਖੋ, ਰੇਂਜ ਆ 1.5 ਤੋਂ ਵਿੱਚ ਕੁਛ ਐਡ ਹੋ ਰਿਹਾ, ਕਿੰਨਾ ਐਡ ਹੋ ਰਿਹਾ ਐਗਜ਼ੈਕਟਲੀ ਅਸੀਂ ਨਹੀਂ ਦੱਸ ਸਕਦੇ। ਐਗਜ਼ੈਕਟਲੀ ਅਸੀਂ ਤਾਂ ਦੱਸ ਸਕਦੇ ਸੀ ਜੇ ਸਾਨੂੰ ਪਤਾ ਹੁੰਦਾ ਕਿ ਐਗਜ਼ੈਕਟਲੀ ਈ ਜੋ ਹੈ ਉਹ ਬਿਟਵੀਨ ਬੀ ਅਤੇ ਸੀ ਦੇ ਹੁੰਦਾ, ਅਤੇ ਅਸੀਂ ਲੈ ਸਕਦੇ ਸੀ ਵੀ ਡਿਸਟੈਂਸ 1/4। ਉਸ ਕੇਸ ਅਸੀਂ ਇਹਨੂੰ 1/4 ਅਤੇ 1/4 ਲੈ ਸਕਦੇ ਸੀ। ਅਤੇ ਜਦੋਂ ਅਸੀਂ 1/4 ਡਿਸਟੈਂਸ ਲੈਣਾ ਸੀ, ਅਤੇ ਉਸ ਕੇਸ ਦੇ ਵਿੱਚ ਜੋ ਈ ਏ ਸੀ ਉਹਨੂੰ ਆਪਾਂ ਐਡ ਕਰਕੇ ਐਗਜ਼ੈਕਟਲੀ 1.75 ਦੇ ਕਰੀਬ ਉਹ ਆ ਜਾਣਾ ਸੀਗਾ। ਸੋ ਇਹਦਾ ਮਤਲਬ ਐਗਜ਼ੈਕਟਲੀ ਜੋ ਡਿਸਟੈਂਸ ਆ ਉਹ ਕਿਹਦੇ ਵਿਚਕਾਰ ਹੈ, 1.5 ਅਤੇ 2 ਕਿਲੋਮੀਟਰ ਦੇ ਵਿੱਚ ਹੈ। ਸੋ ਇਸ ਤਰ੍ਹਾਂ ਬੇਟਾ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰਨਾ, ਬਿਲਕੁਲ ਧਿਆਨ ਨਾਲ, ਬਿਲਕੁਲ ਕੰਸਨਟ੍ਰੇਸ਼ਨ ਦੇ ਨਾਲ। ਉੱਦਾਂ ਹੀ ਕੁਐਸਚਨ ਦੇਖਣ ਨੂੰ ਟਫ ਲੱਗਦਾ, ਬਟ ਜਦੋਂ ਤੁਸੀਂ 1-2 ਵਾਰੀ ਦੀ ਪ੍ਰੈਕਟਿਸ ਕਰ ਲਓਗੇ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਸੋਲਵ ਕਰਨਾ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਪੋਸੀਬਿਲਿਟੀਜ਼ ਮੇਕ 2 ਰੋਡਸ ਕੋਇਨਸਾਈਡ। 2 ਰੋਡਸ ਕੋਇਨਸਾਈਡ ਕਰਨ ਦੀ ਪੋਸੀਬਿਲਿਟੀ ਦੀ ਗੱਲ ਕਰੀਏ, ABCD ਵਾਲੀ ਜੋ ਪਿੱਛੇ ਅਸੀਂ ਕੀਤਾ ਹੋਇਆ ਸੀਗਾ ਸੇਮ ਉਹਨੂੰ ਆਪਾਂ ਪਹਿਲਾਂ ਡਰਾ ਕਰਦੇ ਹਾਂ। ਉਹਦੇ ਵਿੱਚ ਦੇਖੋ ਜਦੋਂ ਡਰਾ ਕੀਤਾ ਸੀ ਤਾਂ ਸਾਡੇ ਕੋਲ ਦੇਖੋ ਐਗਜ਼ੈਕਟਲੀ ਇਹ ਬਣ ਰਹੀ ਸੀ, ਆ ਸੀ A, ਇੱਥੇ ਕਿਤੇ ਸੀ B, ਇਹਨਾਂ ਦੇ ਵਿਚਕਾਰ ਕੀ ਸੀ C, ਇਹਨਾਂ ਦੇ ਫਿਰ ਮਿਡਲ ਦੇ ਵਿੱਚ ਕੀ ਸੀ E, ਇੱਥੇ ਆ ਗਿਆ ਸੀ ਕੋਈ D। ਇਹ ਚੀਜ਼ ਸਾਡੇ ਕੋਲ ਬਣ ਰਹੀ ਸੀ। D ਅਤੇ E ਦਾ ਡਿਸਟੈਂਸ ਕਿੰਨਾ ਸੀ, ਜੋ ਮੈਂ ਪਿੱਛੇ ਵੀ ਮੈਂਸ਼ਨ ਕੀਤਾ ਹੋਇਆ ਸੀ, 1 ਕਿਲੋਮੀਟਰ ਸੀ ਡਿਸਟੈਂਸ ਦੋਨਾਂ ਦੇ ਵਿੱਚ। ਇਹ 1 ਕਿਲੋਮੀਟਰ ਆ ਗਿਆ ਡਿਸਟੈਂਸ, ਠੀਕ ਹੈ। ਹੁਣ ਕੀ ਪੁੱਛਿਆ ਹੋਇਆ ਇਹਨਾਂ ਨੇ, ਹਾਂ, ਐਂਡ ਇਹ B ਅਤੇ C ਦੇ ਵਿੱਚ ਜੋ ਡਿਸਟੈਂਸ ਸੀ ਉਹ ਕਿੰਨਾ ਸੀਗਾ 1/2 ਕਿਲੋਮੀਟਰ, ਅਤੇ C ਅਤੇ E ਦੇ ਵਿੱਚ ਵੀ ਡਿਸਟੈਂਸ ਕਿੰਨਾ ਸੀ 1/2 ਕਿਲੋਮੀਟਰ, ਇਹ ਸਾਨੂੰ ਗਿਵਨ ਸੀ। ਹੁਣ ਕਿਹੜੀ 2 ਚੀਜ਼ਾਂ ਦਾ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਇੰਪਲੀਮੈਂਟ ਹੋਵੇ ਤਾਂ ਕਿ ਕੋਈ 2 ਰੋਡਸ ਜਿਹੜੀਆਂ ਕੋਇਨਸਾਈਡ ਕਰ ਜਾਣ, ਕੋਈ 2। ਹੁਣ E ਅਤੇ B ਦੀ ਗੱਲ ਕਰੀਏ, ਦੇਖੋ E ਅਤੇ B ਆ ਰਿਹਾ, E ਅਤੇ B, E ਐਂਡ B ਆਰ 1/2 ਕਿਲੋਮੀਟਰ ਅਪਾਰਟ। ਜੇ E ਅਤੇ B ਦੇਖੋ ਅਸੀਂ ਇਹਨਾਂ ਦਾ ਡਿਸਟੈਂਸ ਅਸੀਂ 1/2 ਕਿਲੋਮੀਟਰ ਕਰ ਦਈਏ ਤਾਂ ਐਗਜ਼ੈਕਟਲੀ ਡਿਸਟੈਂਸ ਦੇਖੋ B ਅਤੇ C ਦੇ ਵਿੱਚ ਵੀ 1/2 ਕਿਲੋਮੀਟਰ ਦਾ। ਅਤੇ ਜੇ B ਅਤੇ E
बी तो ई, ਇਹਦਾ मतलब बी तो ई का डिस्टेंस जो हाफ किलोमीटर करना होगा तो ई ਨੂੰ शिफ्ट करना पवेगा पॉइंट सी ਤੇ। जे पॉइंट ई सी ਤੇ शिफ्ट हो जाता तो दोनों के डिस्टेंस देखो फिर एग्जैक्टली बी ਤੇ सी ਦੇ हाफ किलोमीटर बन गया। ਇਹਦਾ मतलब की हो गया, ये ऑप्शन जी साडे कोल ये सही आ। ਇਹਦਾ मतलब ये होया कि जे इफ ई एंड बी आर हाफ किलोमीटर अपार्ट then there is a possibility that E coincide with C। E किहदे नाल कोइनसाइड करेगी, C दे नाल कोइनसाइड करेगी। उस केस दे विच दो रोड जिहड़ियां कोइनसाइड होणगियां। सो ऑप्शन नंबर इज द राइट आंसर। यू कैन चैक द अदर ऑप्शनस ऑल्सो, आई एम नॉट गोइंग टू डिस्कस हेयर क्योंकि वीडियो बहुत लेंथी हो रही है। तुसीं खुद इन्हां नूं चैक कर लिओ, मैं राइट आंसर तुहानूं इहदा दसता होया। उस तो बाद देखो बेटा लास्ट क्वेश्चन, इफ ई इज़ बिटवीन बी एंड सी विच ऑफ द फॉलोइंग इज़ फॉल्स। फिर तो ही कंडीशन ए बी सी डी वाली जो मैं पहला भी बना चुकी हाँ, ड्रॉ कर चुकी हाँ। ये देखो पहला की हैगा डी इज़ 2 किलोमीटर वैसट ऑफ ए। डी तो ए का डिस्टेंस देखो बेटा तो 2 किलोमीटर की गल करते हैं। जे आप सिर्फ अपनी कॉमन सेंस ही यूज़ करिए, इन्होंने फॉल्स पूछा होया, कॉमन सेंस देखने से सानू की पता चल जाएगा बेटा कि डी इज़ 2 किलोमीटर वैसट ऑफ ए। कि जो असी पिछे क्वेश्चन किया सीगा, क्वेश्चन नंबर इहदा यही ए वाले पार्ट्स का 4th क्वेश्चन जो असी कीता सी उहदे विच की गिवन सी, उहदे विच साडे कोल राइट ऑप्शन की आई सी कि डिस्टेंस जो ए ते डी दा सी बेटा फाइंड आउट कीता सी। ए ते डी दा डिस्टेंस वो कितना बन रहा सी, वो असी कहा सी कि डिस्टेंस 1.5 तो 2 किलोमीटर दे विच होना चाहिए। ठीक है, वो उत्थे आपां उहनूं एक्सप्लेन कर चुके हैं। तो जे ए ते डी दे विच डिस्टेंस 1.5 तो 2 किलोमीटर का मतलब डी इज़ 2 किलोमीटर वैसट ऑफ ए, तो ऑप्शन हो ही नहीं सकती। इसका मतलब तो ये हो गया ना कि ए ते डी दे विच डिस्टेंस है वो कितना होगा 2 किलोमीटर। सो ये ऑप्शन जी हैगी सही नहीं है। सो उन्होंने किहड़ी पूछा सी, फॉल्स स्टेटमेंट ही पूछा सी। इस करके जिहड़ा इहदा आंसर है बेटा वो ऑप्शन नंबर ए है। ठीक है, बाकी जे तुसीं अगे फरदर इनू ड्रॉ करके देखना चाहते हैं बेटा, बाकी ये सारियां कंडीशन जिहड़ियां तुहाडे कोल ठीक बननगियां। डी इज़ लैस दैन 1 किलोमीटर फ्रॉम बी, डी इज़ लैस दैन, डी ते बी का देखो पूछा होया। तो पिछली स्टेटमेंट देख लैंदे, देखो डी एंड बी, डी एंड बी आ रहा डी ते बी, डी ते ई का जो डिस्टेंस है बेटा वो देखो 1 किलोमीटर से, तो डी ते बी का डिस्टेंस की है लैस दैन 1 किलोमीटर हो गया। सो इसका मतलब ये हो गया कि एक कंडीशन जी हैगी तुहाडी वो ठीक है। फरदर देखो 3rd कंडीशन की बोल रहा, ई इज़ लैस दैन 1 किलोमीटर फ्रॉम ए। हुण ई दा ते ए दा, ई एंड ए, ई की गल कर रहे हैं तो ए की गल कर रहे हैं। ऑबवियसली देखो बेटा फिर तो ए तो बी दे विच जिहड़ा डिस्टेंस वो कितना सी 1 किलोमीटर। ये ई जिहड़ा हैगा इन्हां दे इन बिटवीन आ रहा है, मतलब डिस्टेंस ई दा ते ए दा की सी लैस दैन 1 किलोमीटर है। सो ये वाली कंडीशन भी की सी ट्रू सी कंडीशन, ये कंडीशन भी ठीक सी। लास्ट कंडीशन देख लो, सी इज़ लैस दैन 1.5 किलोमीटर फ्रॉम डी। सी ते डी की गल की है, सी ते डी कितना वा लैस दैन 1.5। सी एंड डी ए रहा सी, ए रहा डी, लैस दैन 1.5 कह रहा। हुण ऑबवियसली बेटा देख लो आ डिस्टेंस टोटल कितना तुहाडे कोल 1 किलोमीटर का आ, तो इस तो बाद पूरा बी ते सी का कितना हाफ, ਇਹਦਾ मतलब ਇਹਦਾ डिस्टेंस इतों घट होएगा। 1/2 पूरा जे असीं ऐड करते हैं, बी ते सी बोलिया होया इन्होंने, सी एंड डी, ओके सी एंड डी की गल की सी इन्होंने, सी एंड डी की जे आप डिस्टेंस इसका ऐड करते हैं तो तुहाडे कोल वो डिस्टेंस जिहड़ा वो 1.5 किलोमीटर पूरा नहीं बनेगा। सो ये भी कंडीशन जी सी वो ट्रू सी। सो इस तरह बेटा ऑप्शन नंबर इज़ द राइट आंसर, बट यू डोंट नीड टू चैक द ऑप्शन सैपरेटली। जिद्दां मैं तुहानूं एक्सप्लेन किया, तुसीं इस तरह पेपर दे विच दोबारा ऑप्शन चैक नहीं करनियां। इहदे नाल की होगा बेटा टाइम वेस्ट होएगा। जे तुहानूं ऑप्शन नंबर ए पहला ही क्लीयर हो गई आ, दैन यू हैव टू सर्कल द ऑप्शन नंबर ए, मीनस जिहड़ी भी ऑप्शन आ गई उन्होंने तुसीं सर्कल कर देना वा अपनी OMR शीट दे विच। सो होप सो बेटा सारे नूं जो वीडियो दे विच जिन्ने भी क्वेश्चन सी मैं करवाए हुए सब नूं बहुत अच्छी तरह दे नाल कंसैप्ट भी क्लीयर हो गया होएगा, तो क्वेश्चनस भी तुहानूं सॉल्व करने आ गए होणगे। ठीक है, हुण उस तो बाद देखो बेटा एक क्वेश्चन जो है इहदा वो मैं वीडियो का लास्ट ईयर का मैं सॉल्व नहीं किया, वो मैं क्वेश्चन नूं लिख दिता होया। क्वेश्चन देखो कि ये बहुत सिंपल हैगा, ए मैन इज़ परफॉर्मिंग योगा विद हिज हैड डाउन एंड लेग्स अप। इंटरेस्टिंग क्वेश्चन है। हिज फेस इज़ टूवर्ड्स द वैसट, इन विच डायरैक्शन विल हिज लैफ्ट हैंड बी। सो ये क्वेश्चन बेटा तुसीं खुद सॉल्व करना है। क्वेश्चन सॉल्व करने तो बाद जे तुहानूं इहदा आंसर पता चलदा, तुसीं कमेंट बॉक्स दे विच आंसर है जो वो टाइप कर सकते हैं, लिख सकते हैं, ताकि मैनूं पता चले कि तुहाडी जो लर्निंग है वो कितनी कुछ हुई आ। सो ये तुहाडा है काम। वीडियो देखने तो बाद क्वेश्चन नूं सॉल्व करो एंड तुसीं कमेंट कर सकते हैं। सो बेटा वीडियो ओवर हो चुकी है, हुण जो कंटेंट सी वो मैं दस चुकी हाँ। जे तुहानूं वीडियो अच्छी लगी है तुसीं लाइक कर सकते हैं। जे तुसीं चैनल ते न्यू आ, चैनल नूं बेटा सबसक्राइब करना ना भुलना।
ਤਾਂ ਕਿ ਜਦੋਂ ਹੋਰ ਵੀਡੀਓਜ਼ ਮੈਂ ਅਪਲੋਡ ਕਰਾਂ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ। ਬੇਟਾ ਮੈਂਟਲ ਐਬਿਲਿਟੀ ਦੀ ਤਿਆਰੀ ਦੇ ਵਾਸਤੇ, ਚਾਹੇ ਉਹ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਾਸਤੇ ਹੋਵੇ, ਇਸ ਚੈਨਲ ਨਾਲ ਜੁੜੇ ਰਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਦ ਵੀਡੀਓ।